ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ। ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ। ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ। 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 ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਤਿੰਨੇ ਜਗ ਜਿਉਂਦੇ ਨੇ, ਦਾਨੀ ਤੇ ਭਗਤ ਸੂਰਮਾ। ਤਿੰਨੇ ਜਗ ਜਿਉਂਦੇ ਨੇ, ਦਾਨੀ ਤੇ ਭਗਤ ਸੂਰਮਾ। ਜਗ ਜਿਉਂਦੇ ਨੇ, ਦਾਨੀ ਤੇ ਭਗਤ ਸੂਰਮਾ। ਤਿੰਨੇ 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 ਜਗ ਜਿਉਂਦੇ ਨੇ, ਦਾਨੀ ਤੇ ਭਗਤ ਸੂਰਮਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਗੁਰੂ ਬਖਸ਼ੀ ਫਤਿਹ ਬੁਲਾਇਓ। ਪਿਆਰ ਸਤਿਕਾਰ ਔਰ ਸ਼ਰਧਾ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਠਿੰਡਾ ਜ਼ਿਲ੍ਹੇ ਦਾ ਨਗਰ ਫੂਲੇਵਾਲਾ, ਜਿੱਥੇ ਕਿ ਸਤਿਗੁਰ ਦੀ ਕਿਰਪਾ ਹੋਈ, ਨਗਰ ਦੀ ਸੰਗਤ
ਔਰ ਮਿਸਤਰੀ ਸਿੰਘਾਂ ਵੱਲੋਂ ਰਲ ਮਿਲ ਕਰਕੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਦੇ ਵਿੱਚ ਸਰਬੱਤ ਸੰਗਤ ਦੇ ਇਲਾਕੇ ਦੇ ਨਗਰ ਦੇ ਭਲੇ ਵਾਸਤੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਸਵੇਰੇ ਭੋਗ ਪਾਏ ਗਏ। ਸੰਗਤ ਦਾ ਹੁਕਮ ਗਿਆ ਸੀ ਦਾਸ ਨੂੰ ਕੀਰਤਨ ਦੀ ਸੇਵਾ ਵਾਸਤੇ, ਪਰ ਮੂਹਰੇ ਪ੍ਰੋਗਰਾਮ ਜ਼ਿਆਦਾ ਸੀ, ਵਿੱਚ ਟਾਈਮ ਨਹੀਂ ਸੀ। ਇਸ ਕਰਕੇ ਅੱਜ ਰਾਤ ਦਾ ਸਮਾਂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਤੇ ਬਾਕੀ ਭਾਈ ਠੀਕ ਵੀ ਇਹੀ ਰਹਿੰਦਾ, ਜਦੋਂ ਗੁਰਬਾਣੀ ਚੱਲਦੀ ਹੋਵੇ, ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉਦੋਂ ਪਾਠ ਸੁਣੋ ਤੇ ਵਿਹਲੇ ਟਾਈਮ ਵਿੱਚ ਗੁਰੂ ਘਰ ਦੀ ਵਿਚਾਰ, ਗੁਰਬਾਣੀ ਦੀ ਕਥਾ ਵਿਚਾਰ ਨਾਲ ਆਪਾਂ ਜੁੜਨਾ ਹੈ। ਸੋ ਤੁਹਾਡੇ ਸਾਡੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਮੇਰੇ ਤੋਂ ਪਹਿਲਾਂ ਭਾਈ ਜਸਪਾਲ ਸਿੰਘ ਜੀ ਗੁਰੂ ਘਰ ਦੇ ਕੀਰਤਨੀਏ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਏ ਹੋਏ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰ ਰਹੇ ਸੀ ਕਿ ਜਿਨ੍ਹਾਂ ਨੇ ਗੁਰੂ ਘਰ ਤੇ ਭਰੋਸਾ ਰੱਖਿਆ ਹੈ ਉਹਨਾਂ ਨੂੰ ਤਾਂ ਇੱਕ ਵੱਖਰਾ ਹੀ ਮਾਣ ਸਤਿਕਾਰ ਮਿਲਦਾ ਹੈ। ਠੀਕ ਹੈ, ਬਾਕੀ ਦੇਵੀ ਦੇਵਤੇ ਵੀ ਹੋਏ, ਸਾਰੇ ਹੀ ਸਤਿਕਾਰਯੋਗ ਹੈ, ਕਿਉਂਕਿ ਤਕਰੀਬਨ 550 ਸਾਲ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇਹ ਠੀਕ ਹੈ ਕਿ ਪੁਰਾਣੀਆਂ ਜਿੰਨੀਆਂ ਵੀ ਮਨੌਤਾਂ ਸੀ, ਜਿਹੜੀ ਵੀ ਵਿਚਾਰਧਾਰਾ ਸੀ, ਉਹਨੂੰ ਸਾਡੇ ਗੁਰੂਆਂ ਨੇ ਪੜ੍ਹਿਆ, ਸੁਣਿਆ, ਵਿਚਾਰਿਆ। ਹੁਣ ਜਿਹੋ ਜਿਹਾ ਸਮਾਂ ਉਹਦੇ ਮੁਤਾਬਕ ਸਾਨੂੰ ਸਿੱਖਿਆ ਦਿੱਤੀ, ਭਾਈ ਹੁਣ ਇਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ। ਪਰ ਉਦੋਂ ਪਹਿਲਾਂ ਵੀ ਤਾਂ ਸੰਸਾਰ ਚੱਲਦਾ ਹੀ ਆਇਆ। ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਰਵਿਦਾਸੀਏ ਸਿੱਖ ਮਨਾਉਂਦੇ ਹੈ। ਨਾਮਦੇਵੀਏ ਜਿੰਨੇ ਵੀ ਮਹਾਰਾਜ ਨਾਮਦੇਵ ਜੀ ਦੀ ਫੁਲਵਾੜੀ ਹੈ, ਉਹ ਆਪਣੇ ਪੈਗੰਬਰ ਮਹਾਰਾਜ ਨਾਮਦੇਵ ਜੀ ਦਾ ਦਿਹਾੜਾ ਮਨਾਉਂਦੇ ਹੈ। ਰੰਗਰੇਟੇ ਸਿੱਖ ਬਹੁਤ ਸਮਾਂ ਪਹਿਲਾਂ ਵੀ ਸੰਸਾਰ 'ਚ ਸੀਗੇ, ਪਰ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੀ ਅਦੁੱਤੀ ਕੁਰਬਾਨੀ ਵੇਖ ਕੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਉਹ ਆਪਣਾ ਪੈਗੰਬਰ ਉਹਨਾਂ ਨੂੰ ਮੰਨਦੇ ਐ। ਧੰਨ ਧੰਨ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜਦੋਂ ਦਿਨ ਦਿਹਾੜਾ ਆਉਂਦਾ ਹੈ, ਉਹ ਆਪਣੇ ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ। ਇਸੇ ਤਰ੍ਹਾਂ ਜਿਹੜੇ ਵੀ ਮਨੂ ਸਿਮਰਤੀ ਦੇ ਮੁਤਾਬਕ ਜਾਤਾਂ ਪਾਤਾਂ ਵਿੱਚ ਦੁਨੀਆ ਵੰਡੀ ਸੀ ਨਾ, ਤੇ ਖਾਸ ਕਰਕੇ ਬ੍ਰਾਹਮਣਾਂ ਤੋਂ ਬਿਨਾਂ ਹੋਰਾਂ ਨੂੰ ਕੋਈ ਖਾਸ ਸਤਿਕਾਰ ਨਹੀਂ ਸੀ ਦਿੱਤਾ ਜਾਂਦਾ। ਫਿਰ ਬਾਕੀ ਜਿਹੜੀਆਂ ਵੀ ਕੌਮਾਂ ਸੀ, ਉਹਨਾਂ ਦੇ ਭਲੇ ਵਾਸਤੇ, ਉਹਨਾਂ ਨੂੰ ਉੱਚਾ ਚੁੱਕਣ ਵਾਸਤੇ ਜਿਹਨੇ ਜੋ ਯਤਨ ਕੀਤੇ, ਉਹਨਾਂ ਕੌਮਾਂ ਨੇ ਆਪਣੇ ਆਪਣੇ ਆਗੂਆਂ ਨੂੰ ਆਪਣੇ ਪੈਗੰਬਰ ਮੰਨਿਆ ਗੁਰਮੁਖ, ਉਹਨਾਂ ਦੀ ਯਾਦ ਮਨਾਉਂਦੇ। ਇਸੇ ਤਰ੍ਹਾਂ ਜਿਹੜੇ ਮਿਸਤਰੀ ਸਿੱਖ ਹੈ, ਇਹ ਵੀ ਦੀਵਾਲੀ ਤੋਂ ਹਰ ਦੂਜੇ ਦਿਨ ਜਾਂ ਤੀਜੇ ਦਿਨ ਸਾਰੇ ਕੰਮ ਧੰਦੇ ਬੰਦ ਕਰਕੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ 'ਚ ਜੁੜਦੇ ਆ ਗੁਰਮੁਖ। ਸੰਦ ਸੰਦੇੜੇ ਜਿੰਨੇ ਵੀ ਆ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਪਰ ਭਾਗਾਂ ਵਾਲੇ ਆ ਆਪਾਂ, ਸਾਨੂੰ ਗੁਰਬਾਣੀ ਮਿਲ ਗਈ ਗੁਰਮੁਖ। ਹੁਣ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਪਾਠ,
ਦਿਹਾੜਾ ਕੋਈ ਵੀ ਹੋਵੇ ਬਾਣੀ ਤਾਂ ਗੁਰੂ ਦੀ ਪੜ੍ਹਦੇ ਆ। ਨਮਸਕਾਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੀਤੀ ਜਾਂਦੀ ਹੈ। ਪੁੰਨਦਾਨ ਹੁੰਦਾ, ਲੰਗਰ ਚੱਲਦੇ ਐ, ਸੇਵਾ ਚੱਲਦੀ ਹੈ। ਇਹਦਾ ਫਲ ਆਪਾਂ ਨੂੰ ਸੰਗਤਾਂ ਨੂੰ ਮਿਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅੱਜ ਵੀ ਜਿਹੜਾ ਕਾਰਜ ਆਪ ਜੀ ਕਰ ਰਹੇ ਹੋ, ਮੈਂ ਆਪਣੇ ਜਥੇ ਵੱਲੋਂ ਸਾਰੇ ਨਗਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ, ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਗੁਰੂ ਪਿਆਰਿਓ, ਲਓ ਹੁਣ ਮੈਂ ਤੁਹਾਡੇ ਨਾਲ ਜਿਹੜੀ ਵਿਚਾਰ ਸਾਂਝੀ ਕਰਨ ਲੱਗਾ ਵੀ ਇਹ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਤੇ ਕਿਹਨਾਂ ਦੀਆਂ ਮਨਾਈਆਂ ਜਾਂਦੀਆਂ? ਜਿਨ੍ਹਾਂ ਨੇ ਕੁਝ ਸੰਸਾਰ ਦੇ ਭਲੇ ਲਈ ਕੀਤਾ। ਪਹਿਲਾਂ ਵਿਚਾਰ ਬਾਬਾ ਵਿਸ਼ਵਕਰਮਾ ਜੀ ਬਾਰੇ ਸੁਣੋ। ਮਿਸਤਰੀ ਸਿੱਖਾਂ ਵਿੱਚੋਂ ਭਾਈ ਲਾਲੋ ਵੀ ਹੋਏ ਗੁਰਮੁਖ, ਜਿਨ੍ਹਾਂ ਦੀ ਸ਼ਰਧਾ ਪ੍ਰੇਮ ਵੇਖ ਕੇ ਗੁਰੂ ਨਾਨਕ ਦੇ ਨਿਰੰਕਾਰ ਆਪ ਉਹਨਾਂ ਦੇ ਘਰ ਗਏ ਤੇ 7 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਲਾਲੋ ਦਾ ਨਾਂ ਲਿਖਿਆ। ਪੜ੍ਹਦੇ ਹੋ ਨਾ ਸ਼ਬਦ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਭਾਈ ਲਾਲੋ ਜੀ ਦਾ 7 ਵਾਰ ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ 'ਚ ਨਾਂ ਆਇਆ ਗੁਰਮੁਖ। ਉਦੋਂ ਬਾਅਦ ਬਹੁਤ ਕੌਮ ਦੇ ਵਿੱਚ ਮਹਾਬਲੀ ਯੋਧੇ ਪੈਦਾ ਹੋਏ। ਭਾਈ ਜੱਸਾ ਸਿੰਘ ਰਾਮਗੜੀਆ ਮਿਸਤਰੀ ਸਿੱਖਾਂ ਚੋਂ, ਔਰ ਇੱਥੇ ਹੀ ਵਸਨੀ ਭਾਈ ਸੁੱਖਾ ਸਿੰਘ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਗੁਰਮੁਖ। ਹਰਮੰਦਰ ਸਾਹਿਬ ਬੇਅਦਬੀ ਕਰਦਾ ਸੀ ਨਾ ਮੱਸਾ ਰੰਗੜ, ਉਹ ਵੀ ਮਿਸਤਰੀ ਸਿੱਖਾਂ ਚੋਂ ਹੀ ਹੋਏ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਵੀ ਮਿਸਤਰੀ ਸਿੱਖਾਂ ਚੋਂ ਹੀ ਹੋਏ। ਯਾਦ ਆਪਾਂ ਉਹਨਾਂ ਨੂੰ ਵੀ ਕਰਨਾ ਹੈ, ਪਰ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ, ਬਾਬਾ ਵਿਸ਼ਵਕਰਮਾ ਜੀ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਤਾਂ ਇਹਨੂੰ ਚਲਾਉਣ ਵਾਸਤੇ ਪ੍ਰਬੰਧਕਾਂ ਦੀ ਵੀ ਲੋੜ ਪਈ ਗੁਰਮੁਖ। ਜਿਵੇਂ ਹੁਣ ਰਾਜ ਭਾਗ ਬਣਦਾ ਹੈ, ਆ ਹੁਣੇ ਦੇਖੋ ਪਿੱਛੇ ਜੇ ਸਰਕਾਰ ਬਦਲ ਕੇ ਹਟੀ ਹੈ, ਜਿਹੜਾ ਵੀ ਕੋਈ ਮੁੱਖ ਮੰਤਰੀ ਹੁੰਦਾ ਹੈ ਜਾਂ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਉਹ ਆਪਦੇ ਹਿਸਾਬ ਨਾਲ ਆਪਦੇ ਨੁਮਾਇੰਦੇ ਚੁਣਦਾ ਹੈ। ਕਿਸੇ ਨੂੰ ਉੱਚਾ ਅਹੁਦਾ ਦਿੱਤਾ ਜਾਂਦਾ, ਕਿਸੇ ਨੂੰ ਹੇਠਲੇ ਅਹੁਦੇ ਦਿੱਤੇ ਜਾਂਦੇ ਆ, ਉਹ ਸਾਰਾ ਢਾਂਚਾ ਚਲਾਉਣ ਵਾਸਤੇ। ਇਸੇ ਤਰ੍ਹਾਂ ਮੁਖੀ ਹੈ ਕਰਤਾ ਅਕਾਲ ਪੁਰਖ ਆਪ ਪਰਮਾਤਮਾ, ਪਰ ਉਹਨੇ ਸੰਸਾਰ ਨੂੰ ਚਲਾਉਣ ਵਾਸਤੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਵਾਸਤੇ ਸਮੇਂ ਸਮੇਂ ਤੇ ਸ਼ਕਤੀਆਂ ਭੇਜੀਆਂ। ਆਖੋ ਸਤਨਾਮ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਸੰਸਾਰ 'ਚ ਪੈਦਾ ਕੀਤੇ, ਤੇ ਇਹ ਵੀ ਇਤਿਹਾਸ ਪੁਰਾਤਨ ਮਤਾਂ ਮੁਤਾਬਕ ਮੰਨਦਾ ਵੀ ਬ੍ਰਹਮਾ ਦੀ ਡਿਊਟੀ ਲਾਈ ਸੀ ਸੰਸਾਰ ਪੈਦਾ ਕਰਨ ਦੀ। ਕੋਟ ਬ੍ਰਹਮੇ ਜਗ ਸਾਜਣ ਲਾਏ। ਬ੍ਰਹਮਾ ਇੱਕ ਨਹੀਂ ਹੋਇਆ, ਗੁਰਬਾਣੀ 'ਚ ਲਿਖਿਆ ਕਰੋੜਾਂ ਹੀ ਬ੍ਰਹਮੇ ਆ ਗੁਰੂ। ਵਿਸ਼ਨੂੰ ਜੀ ਦੀ ਡਿਊਟੀ ਲਾਤੀ ਭੰਡਾਰ ਦੇਣ ਦੀ, ਖਾਣ ਪੀਣ ਦਾ ਪ੍ਰਬੰਧ ਕਰਨਾ। शिव जी की ड्यूटी लाती तैं दुनिया का अंत करना है। पर शुरू च हालात ऐसे सी संसारी जीवां नूं कोई सोझी नहीं सी। गुरमुख पशुआं की तरह जिंदगी जिउंदे सी, जंगलों च नगनी फिरदे रहना। वड्डे जीव छोटियां नूं खा जांदे, कच्चा पक्का मांस इदां ही खाई जांदे सी। गुरमुख जदों जीव पैदा होए इन्हां नूं कित्ते लाउण वास्ते, रिजक देण वास्ते फिर तिन्ने देवतियां ने आदि शक्ति परमेश्वर नूं आराध्या। तां फिर उदों दो बहुत लंबी उम्र दे फकीरां दी कीती होई भगती दे फल नाल प्रभास ऋषि दी सपुत्री लावनमती दे पेटों बाबा विश्वकर्मा जी पैदा होए। ते इन्हां नूं वाहिगुरू ने कला ऐसी दिती संसार नूं सोहना बनाउण वास्ते। फिर इन्हां ने यतन कीते। गुरु लोहे दीयां वस्तां बनाईयां,
ਲੱਕੜ ਦੀਆਂ ਵਸਤਾਂ ਬਣਾਈਆਂ। ਇੱਕ ਇਹ ਵੀ ਬੇਨਤੀ ਕਰਦੇ ਹਾਂ, ਅੱਜ ਭਾਵੇਂ ਸਾਇੰਸ ਤਰੱਕੀ ਕਰ ਗਈ, ਬਹੁਤ ਨਵੀਆਂ ਖੋਜਾਂ ਹੋ ਰਹੀਆਂ, ਪਰ ਸੰਸਾਰ ਦਾ ਢਾਂਚਾ ਤਾਂ ਪਹਿਲਾਂ ਵੀ ਚੱਲਦਾ ਰਿਹਾ ਗੁਰੂ। ਹੁਣ ਸਟੀਲ ਦੇ ਮੰਜੇ, ਪੀੜੀਆਂ ਲੋਹੇ ਦੇ ਆ ਗਏ, ਨਵੇਂ ਬੈੱਡ ਆ ਗਏ। ਪੁਰਾਣੇ ਸਮਿਆਂ 'ਚ ਲੱਕੜ ਦਾ ਕੰਮ ਚੱਲਦਾ ਸੀ ਤੇ ਕੋਈ ਤਾਂ ਉਹਨੂੰ ਬਣਾਉਂਦਾ ਹੀ ਸੀ ਨਾ। ਜਿਹੜੇ ਬਾਬਾ ਵਿਸ਼ਵਕਰਮਾ ਜੀ ਸਨ, ਇਹ ਕਰਤੇ ਅਕਾਲ ਪੁਰਖ ਨੇ ਆਦਿ ਸ਼ਕਤੀ ਸੰਸਾਰ ਵਿੱਚ ਐਸੀ ਭੇਜੀ, ਜਿਹਨੇ ਲੱਕੜ ਤੇ ਲੋਹੇ ਦਾ ਕਾਰ ਵਿਹਾਰ ਗੁਰਮੁਖੋ ਔਜ਼ਾਰ ਤਿਆਰ ਕੀਤੇ। ਆ ਜਿਹੜੇ ਸੰਦ ਸੰਦੇੜੇ ਬਣੇ, ਇਹ ਸਮੇਂ ਤੇ ਨਵੀਂ ਖੋਜ ਹੁੰਦੀ ਰਹੀ, ਪਰ ਸ਼ੁਰੂ ਵਿੱਚ ਬਾਬਾ ਵਿਸ਼ਵਕਰਮਾ ਜੀ ਨੇ ਕਾਰਜ ਕੀਤੇ ਗੁਰਮੁਖ। ਜਿਵੇਂ ਇਤਿਹਾਸ 'ਚ ਆਪਾਂ ਪੜ੍ਹਦੇ ਆਂ ਵੀ शिव जी नूं लंका बना के दिती, ब्रह्मपुरी, इंद्रपुरी, शिवपुरी बाबा विश्वकर्मा जी ने बनाई। और अज जे वेखो जिहड़ा नाम पिया ना विश्वकर्मा, वो तां पिया क्योंकि सारे विश्व नूं, संसार नूं कम करन वास्ते संद संदेड़े जो भी लोड़ पई, वो सब बाबा विश्वकर्मा जी दी देन है गुरमुख। पर याद रखियो, जुड़ना आपां उहदे नाल है जिहने ये शक्तियां पैदा कीतियां। आखो सतनाम श्री वाहिगुरू। सत्कार करो, वध तो वध करो, दिन दिहाड़े मनाओ, पर पिछले समियां नूं ते हुण दे समय नूं सोच समझ के आपां चलना। बाबा विश्वकर्मा जी, इन्हां दा इतिहास ये भी मिलदा भी लंका भी बना के दिती, ते द्वापर युग दे विच श्री कृष्ण जी उस समय दे अवतार, एक शिकारी ने मारिया तीर ते उन्हां दी मौत हो गई गुरमुख। जंगल दे विच पए रहे ते बाद विच वो प्रभास खेतर दा जिहड़ा राजा सी, ਉਹਨੂੰ ਸ਼ਿਕਾਰੀ ਨੇ ਵੀ ਦੱਸਿਆ ਤੇ ਦ੍ਰਿਸ਼ਟਾਂਤ ਸੁਪਨੇ 'ਚ ਵੀ ਦਿਸਿਆ, ਕਿਉਂ ਸ਼੍ਰੀ ਕ੍ਰਿਸ਼ਨ ਜੀ ਤੇ ਸਰਦਾ ਰੱਖਦਾ ਸੀ। ਉਹਨੇ ਫਿਰ ਸ਼੍ਰੀ ਕ੍ਰਿਸ਼ਨ ਜੀ ਦੇ ਜਿਹੜੇ ਅਸਤ ਸੀ ਨਾ, ਹੱਡੀਆਂ ਕਹਿ ਲਓ, ਜਿਵੇਂ ਆਪਾਂ ਆਮ ਕਹਿੰਦੇ ਆ ਫਲਾਣੇ ਦੇ ਫੁੱਲ ਚੁਗੇ, ਉਹਨਾਂ ਨੂੰ ਚੁੱਕਿਆ, ਸੰਭਾਲਿਆ ਤੇ ਬਾਬਾ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ। ਉਹ ਰਾਜਾ ਕਹਿਣ ਲੱਗਾ कि विष्णु जी की मूर्ति बनानी है, मूर्ति ऐसी बनाओ उहदे विच श्री कृष्ण भगवान दे अस्त सामने है, राख कह लो, फुल कह लो। बाबा विश्वकर्मा जी कहंदे बना दिन्ने आ, पर गल यह है भी जिन्ना चिर असीं मूर्त बनावांगे साडे कोल नहीं आउणा। दिन ले ले भी इन्ने कि दिनां च तैयार कर देंगे, समा लग गया ज़्यादा। तो वो जिहड़ा राजा सी कित्थे टिकिया गया ते बिना ही दसे वेखण चलिया गया गुरमुख। उदों तक मूर्ति तैयार हो गई सी, बाहां रह गईयां सी लाउण वालियां कल्लियां। बाबा विश्वकर्मा जी कहंदे, राजन मैं तैनूं कहा सी भी जिन्ना चिर ये मूर्ति तैयार नहीं हुंदी उन्ना चिर आउणा नहीं, तुसीं बिना दसे आ गए। हुण इदां ही रहूगी, इहनूं लै जाओ। वो मूर्त अज भी जगन्नाथपुरी मंदिर है, बहुत वड्डा। चलो हिंदू धर्म मनदा, उन्हां दी आस्था है, शरधा है, वो पूजा करते हैं। अज तक भी वो मूर्त बिना वाहवां तो ही है। आखो सतनाम। सो भाई इस तरह समय ते कारज हुंदे रहे। जिहड़ी बेड़ी दे विच मुहम्मद साहब बैठदे सी, वो बेड़ी भी कहंदे बाबा विश्वकर्मा जी ने तैयार कीती सी। ते इन्हां दी जिहड़ी फुलवाड़ी सी अगे वधी, मिस्त्री सिख परिवार ते प्यारिओ, उदों जिहड़ी गिणती सी ना शूद्रां विच ही कीती जांदी सी, मिस्त्री ਸਿੰਘਾਂ ਦੀ।
ਪਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਦੋਂ ਸੰਸਾਰ ਵਿੱਚ ਨਾਨਕ ਨਿਰੰਕਾਰ ਜੀ ਆਏ ਨਾ ਮਹਾਰਾਜ ਸਤਿਗੁਰੂ ਨਾਨਕ ਦੇਵ, 14 ਸਾਲ 9 ਮਹੀਨੇ 13 ਦਿਨ ਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਤੀਤ ਕੀਤਾ ਸਮਾਂ। ਉਦੋਂ ਬਾਅਦ ਸੜਦੇ ਬਲਦੇ ਸੰਸਾਰ ਨੂੰ ਸੇਧ ਦੇਣ ਵਾਸਤੇ, ਸ਼ਾਂਤੀ ਬਖਸ਼ਣ ਵਾਸਤੇ ਸਤਿਗੁਰ ਚੱਲੇ। ਤੇ ਸਭ ਤੋਂ ਪਹਿਲਾਂ ਜੇ ਕਿਸੇ ਦੇ ਘਰ ਗਏ ਨਾ, ਉਹ ਭਾਈ ਲਾਲੋ ਜੀ ਹੋਏ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆਂ ਆਪ ਜੀ ਨੂੰ ਪਤਾ ਹੀ ਹੈ, ਮਹਾਰਾਜ ਨੇ ਬੇਈ ਨਦੀ ਚੁੱਭਾ ਲਾਇਆ। 3 ਦਿਨ ਅਲੋਪ ਰਹੇ। ਤੀਜੇ ਦਿਨ ਜਿੱਥੇ ਗੁਰਦੁਆਰਾ ਸੰਤ ਘਾਟ ਹੈ ਉੱਥੇ ਪ੍ਰਗਟ ਹੋਏ ਸੀ। ਉਦੋਂ ਬਾਅਦ ਘਰ ਨਹੀਂ ਸੀ ਗਏ ਗੁਰੂ। ਭੈਣ ਨਾਨਕੀ ਨੇ ਬੜਾ ਜ਼ੋਰ ਲਾਇਆ। ਪੁੱਛਦੀ ਭੈਣ ਨਾਨਕੀ ਆਪਣੇ ਨਾਨਕ ਵੀਰ ਨੂੰ, ਕਿਹੜੀ ਗੱਲੋਂ ਵੀਰਾ ਭਗਵਾਂ ਚੋਲਾ ਪਾਇਆ। ਗੂੜਾ ਰਿਸ਼ਤਾ ਆਪਣਾ ਦੋਵਾਂ ਭੈਣ ਭਰਾਵਾਂ ਦਾ, ਤੈਨੂੰ ਕਿਵੇਂ ਭੁਲਾਊਂ ਮੈਂ ਅੰਮੜੀ ਦਿਆ ਜਾਇਆ। ਆ ਤੇਰੇ ਲਖਮੀ ਚੰਦ ਤੇ, ਆ ਤੇਰੇ ਸ੍ਰੀ ਚੰਦ ਤੇ ਲਖਮੀ ਰੋਂਦੇ ਵੇਖ ਲੈ। ਆ ਬੱਚਿਆਂ ਵੱਲ ਵੇਖ, ਤੁਹਾਨੂੰ ਮੋਹ ਨਹੀਂ ਆਉਂਦਾ। ਤੇ ਸਤਿਗੁਰ ਨੇ ਸਾਫ਼ ਕਹਿਤਾ ਸੀ, ਕਹਿੰਦੇ ਕੱਲੇ ਲਖਮੀ ਤੇ ਸ੍ਰੀ ਚੰਦ ਹੀ ਮੇਰੇ ਪੁੱਤਰ ਨਹੀਂ, ਸਾਰੀ ਦੁਨੀਆ ਮੇਰੇ ਹੀ ਪੁੱਤਰ ਧੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਪਿਤਾ ਨੇ ਵੀ ਜ਼ੋਰ ਲਾਇਆ, ਭੈਣ ਨਾਨਕੀ ਨੇ ਜ਼ੋਰ ਲਾਇਆ। ਗੁਰੂ ਨਾਨਕ ਘਰ ਨਹੀਂ ਸੀ ਗਏ। ਉੱਥੇ ਫਿਰ ਕਈ ਤਰ੍ਹਾਂ ਦੇ ਕੌਤਕ ਵੀ ਕੀਤੇ। ਕਈ ਦਿਨ ਰਹੇ ਸੁਲਤਾਨਪੁਰ, ਜਿੱਥੇ ਗੁਰਦੁਆਰਾ ਸੰਤ ਘਾਟ ਹੈ। ਉਥੋਂ ਫਿਰ ਜੇ ਚੱਲੇ, ਪਹੁੰਚੇ ਸੀ ਏਮਨਾਬਾਦ ਸੈਦਪੁਰ। ਉੱਥੇ ਭਾਈ ਲਾਲੋ ਜੀ ਦੇ ਘਰ ਸੱਚੇ ਪਾਤਸ਼ਾਹ ਨੇ ਜਾ ਕੇ ਟਿਕਾਣਾ ਕੀਤਾ ਤੇ ਪਹਿਲੀ ਵਾਰੀ 22 ਦਿਨ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਿਨਾਂ ਵਿੱਚ ਮਲਕ ਭਾਗੋ ਦਾ ਵੀ ਹੰਕਾਰ ਤੋੜਿਆ। ਕਹਿੰਦੇ ਨਗਰ ਦਾ ਤੂੰ ਚੌਧਰੀ ਹੈ, ਮਾਲਕ ਹੈ, ਹਾਕਮ ਹੈ ਇੱਥੋਂ ਦਾ, ਤੇਰੇ ਕੋਲੇ ਧਨ ਮਾਲ ਹੈਗਾ, ਪਰ ਜੇ ਕੋਈ ਲੋੜਵੰਦ ਗਰੀਬ ਲੈਣ ਆ ਜੇ ਉਹਨੂੰ ਵੱਧ ਵਿਆਜਾਂ ਲਾਉਂਦਾ। ਜਦੋਂ ਚੱਲਦਾ ਸੀ ਭੰਡਾਰਾ, ਗੁਰੂ ਨਾਨਕ ਜੀ ਨੂੰ ਬੁਲਾ ਲਿਆ ਮਲਕ ਭਾਗੋ ਨੇ। ਕਹਿੰਦਾ ਜੀ ਆਓ ਭੋਜਨ ਛਕੋ, ਬ੍ਰਹਮ ਭੋਜ ਚੱਲਦਾ। ਸਤਿਗੁਰ ਕਹਿੰਦੇ ਅਸੀਂ ਤਾਂ ਨਹੀਂ ਛਕਣਾ, ਇਹ ਤਾਂ ਗਰੀਬਾਂ ਦਾ ਚੂਸਿਆ ਖੂਨ ਹੈ। ਕਹਿੰਦਾ ਤੁਹਾਡੇ ਕੋਲੇ ਕੀ ਸਬੂਤ ਹੈ ਵੀ ਇਹ ਗਰੀਬਾਂ ਦਾ ਖੂਨ ਹੈ। ਮਹਾਰਾਜ ਕਹਿੰਦੇ ਜਦੋਂ ਮੈਂ ਭਾਈ ਲਾਲੋ ਜੀ ਦੇ ਘਰੋਂ ਤੁਰਿਆ ਸੀ ਨਾ, ਇੱਕ ਕਿਰਤੀ ਆਪਣੇ ਘਰ ਵਾਲੀ ਨਾਲ ਲੜੀ ਜਾਂਦਾ ਵੀ ਕਦੋਂ ਦਾ ਮੈਂ ਖੇਤ ਗਿਆ, ਦੁਪਹਿਰਾ ਹੋ ਚੱਲਿਆ ਤੇ ਮੇਰੀ ਰੋਟੀ ਕਿਉਂ ਨਹੀਂ ਲਿਆਂਦੀ। ਮੇਰੇ ਕੰਨਾਂ 'ਚ ਆਵਾਜ਼ ਪਈ। ਮਹਾਰਾਜ ਕਹਿੰਦੇ ਉਹ ਬੀਬੀ ਕਹਿੰਦੀ ਸੀ ਵੀ ਰੋਟੀ ਕਿੱਥੋਂ ਪਕਾਵਾਂ। ਅਹਿਲਕਾਰ ਆਏ ਸੀ, ਉਹ ਕਹਿੰਦੇ ਵੀ ਮਲਕ ਭਾਗੋ ਦੇ ਘਰੇ ਬ੍ਰਹਮ ਭੋਜ ਹੈ, ਆਟਾ ਚਾਹੀਦਾ। ਜਿੰਨਾ ਕ ਦਾਣਾ ਪੀਠਾ ਸੀ ਸਾਰਾ ਹੀ ਲੈ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬੱਚਾ ਰੋਈ ਜਾਵੇ ਤੇ ਉਹਦੇ ਘਰ ਵਾਲਾ ਬੀਬੀ ਦੇ ਕਹਿੰਦਾ ਬੱਚੇ ਨੂੰ ਕਿਉਂ ਰਵਾਇਆ, ਇਹਨੂੰ ਦੁੱਧ ਪਿਆ ਦੇ, ਭੁੱਖਾ ਰੋਂਦਾ ਹੈ। ਉਹ ਕਹਿੰਦੀ ਦੁੱਧ ਕਿੱਥੋਂ ਪਿਆਵਾਂ, ਮੱਝਾਂ ਗਾਵਾਂ ਚੋਈਆਂ ਸੀ। ਮਲਕ ਭਾਗੋ ਦੇ ਸਿਪਾਹੀ ਆਏ, ਸਾਰਾ ਹੀ ਦੁੱਧ ਲੈ ਗਏ। ਕਹਿੰਦੇ ਉੱਥੇ ਖੀਰ ਬਣਨੀ ਹੈ, ਕੁਛ ਖਿਆਲ ਕਰ, ਕਿਰਤੀ ਭੁੱਖਾ ਬੈਠਾ ਹੈ, ਗਰੀਬਾਂ ਦੇ ਬੱਚੇ ਰੋਈ ਜਾਂਦੇ ਐ, ਤੇ ਇੱਧਰ ਤੇਰੇ ਘਰੇ ਖੀਰ ਪੂੜੇ ਇੰਨੇ ਬਣੇ ਆ ਜੀ ਇਹਨੂੰ ਕੁੱਤੇ ਵੀ ਨਹੀਂ ਖਾ ਰਹੇ। ਕਹਿੰਦੇ ਉਹ ਗਰੀਬਾਂ ਨੂੰ ਭੁੱਖੇ ਮਾਰ ਕੇ ਇੱਥੇ ਲਾਵੇਂ ਬ੍ਰਹਮ ਭੋਜ। ਮਹਾਰਾਜ ਕਹਿੰਦੇ ਇਹ ਤਾਂ ਗਰੀਬਾਂ ਦਾ ਚੂਸਿਆ ਹੋਇਆ ਲਹੂ ਕਿ ਹੈ, ਕਿਉਂਕਿ ਕਿਸੇ ਦਾ ਹੱਕ ਖੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਿਹੜਾ ਹਟ ਗਏ ਗੁਰਮੁਖੋ। ਆ ਕਿਸਾਨ ਮਜ਼ਦੂਰ ਅੰਦੋਲਨ ਚੱਲਦਾ ਹੈ, ਇਹ ਢੰਗ ਨਾਲ ਸਾਡੇ ਹੱਕ ਖੋਏ ਜਾ ਰਹੇ ਆ। ਤੇ ਤੁਹਾਨੂੰ ਵੀ ਬੇਨਤੀ ਆ, ਕੁਛ ਜਾਗੋ। ਸਕੂਲਾਂ ਕਾਲਜਾਂ ਦੀ ਵਿੱਦਿਆ ਪੜ੍ਹੋ, ਇੰਨੇ ਕੁ ਨਾ ਰਿਹਾ ਕਰੋ ਵੀ ਅਸੀਂ ਪੜ੍ਹ ਕੇ ਨੌਕਰੀ ਲੱਗਣਾ। ਜਿੱਥੇ ਪੜ੍ਹਾਈਆਂ ਸਿਰਫ ਨੌਕਰੀ ਸੋਚ ਕੇ ਪੜ੍ਹੋਗੇ, ਉੱਥੇ ਨੌਕਰੀ ਪੈਦਾ ਹੋਣੀ।
ਚਾਹੇ ਛੋਟਾ ਕੰਮ ਕਰ ਲੋ, ਕੋਈ ਆਪਦਾ ਕੰਮ ਧੰਦਾ ਕਰਿਆ ਕਰੋ ਗੁਰੂ। ਆ ਜਿਹੜੇ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਖੋਹੀ ਜਾਂਦੇ ਐ, ਹਰ ਸੁੱਖ ਸਹੂਲਤ ਪ੍ਰਾਈਵੇਟ ਹੋਈ ਜਾਂਦੀ ਐ, ਉਹ ਵੀ ਕਿਤੇ ਛੋਟੇ ਕੰਮ ਤੋਂ ਹੀ ਚੱਲੇ ਸੀ ਨਾ, ਹੌਲੀ ਹੌਲੀ ਵੱਧਦੇ ਗਏ ਅਗਲੇ। ਆਪਾਂ ਸਿਰਫ ਗੁਲਾਮ ਬਣ ਕੇ ਨਹੀਂ ਰਹਿਣਾ ਭਾਈ। ਕਈ ਵਾਰੀ ਸੋਚੀਦਾ ਵੀ ਹੁਣ ਬੱਚੇ ਪੜ੍ਹ ਗਏ ਨੂੰ ਬਾਹਰ ਭੇਜ ਦਈਏ। ਠੀਕ ਹੈ, ਮਰਜ਼ੀ ਤੁਹਾਡੀ ਹੈ, ਪਰ ਪੰਜਾਬ ਨੂੰ ਵੀ ਸੰਭੋ। ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ। ਮਹਾਪੁਰਸ਼ ਭਿੰਡਰਾਂ ਵਾਲੇ ਕਹਿੰਦੇ ਹੁੰਦੇ, ਕਹਿੰਦੇ ਜਿਹਦੇ ਬਹੁਤ ਵੱਡੇ ਭਾਗ ਹੋਣ ਉਹਨਾਂ ਨੂੰ ਹਿੰਦੁਸਤਾਨ ਵਿੱਚ ਜਨਮ ਮਿਲਦਾ ਹੈ, ਜਿਨ੍ਹਾਂ ਦੇ ਉਦੋਂ ਵੀ ਵੱਡੇ ਭਾਗ ਹੋਣ ਉਹਨਾਂ ਨੂੰ ਪੰਜਾਬ ਵਿੱਚ ਜਨਮ ਮਿਲਦਾ। ਇੱਥੇ ਵਾਲੀ ਕਿਰਪਾ ਹੈ ਗੁਰੂਆਂ ਦੀ। ਜਿੰਨੀਆਂ ਮਰਜ਼ੀ ਬਾਵਾਂ ਵਗੀ ਜਾਣ, ਪੰਜਾਬ ਫੇਰ ਵੀ ਚੜ੍ਹਦੀ ਕਲਾ ਚ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਤੇ ਚੜ੍ਹਦੀ ਕਲਾ ਚ ਹੀ ਰਹਿਣਾ। ਠੀਕ ਹੈ, ਸਾਨੂੰ ਮਾਰਨ ਵਾਲੇ ਕਦੇ ਫੌਜਾਂ ਲੈ ਕੇ ਆਉਂਦੇ ਰਹੇ, ਕਦੇ ਸਾਡੀਆਂ ਸਿੱਖ ਬੀਬੀਆਂ ਦੇ ਕੁੱਖਾਂ 'ਚ ਬੱਚੇ ਮਾਰਤੇ। ਮੀਰ ਮੰਨੂ ਵੇਲੇ ਤੱਤੇ ਕਰ ਕਰ ਸਰੀਏ ਨਾ ਲੋਹੇ ਦੇ, ਬੀਬੀਆਂ ਦੀਆਂ ਛਾਤੀਆਂ ਵਿੱਚੋਂ ਦੀ ਟਪਾਤੇ, ਬੱਚਿਆਂ ਨੂੰ ਦੁੱਧ ਨਾ ਪਿਆ ਸਕਣ। ਛੋਟੇ ਛੋਟੇ ਬੱਚੇ ਅੱਖਾਂ ਸਾਹਮਣੇ ਟੋਟੇ ਕਰ ਕਰ ਝੋਲੀਆਂ 'ਚ ਪਾਤੇ, ਤੇ ਕੀ ਸਿੱਖ ਖਤਮ ਹੋ ਗਏ? ਸਗੋਂ ਐਸਾ ਨਾਰਾ ਮਾਈਆਂ ਨੇ ਲਾਇਆ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਸਾਨੂੰ ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਮੇਂ ਸਮੇਂ ਤੇ ਕਸਵੱਟੀਆਂ ਝਲਦੀ ਆਈ ਹੈ ਕੌਮ। ਪਿਆਰਿਓ, ਪੰਜਾਬ ਤੇ ਗੁਰੂਆਂ ਦੀ ਕਿਰਪਾ ਹੈ। ਭਿੰਡਰਾਂ ਵਾਲੇ ਮਹਾਪੁਰਸ਼ ਕਹਿੰਦੇ ਹੁੰਦੇ, ਕਹਿੰਦੇ ਵੱਡੇ ਭਾਗਾਂ ਵਾਲਿਆਂ ਨੂੰ ਪੰਜਾਬ ਵਿੱਚ ਜਨਮ ਮਿਲਦਾ ਹੈ, ਜਿਨ੍ਹਾਂ ਦੇ ਉਦੋਂ ਵੀ ਵੱਡੇ ਭਾਗ ਹੋਣ ਉਹਨਾਂ ਨੂੰ ਗੁਰਸਿੱਖ ਘਰਾਣਿਆਂ 'ਚ ਜਨਮ ਮਿਲਦਾ ਹੈ। ਤੇ ਸਿੱਖ ਘਰਾਣਿਆਂ 'ਚ ਪੈਦਾ ਹੋ ਕੇ ਜਿਨ੍ਹਾਂ ਦੇ ਵੱਡੇ ਭਾਗ ਹੋਣ, ਉਹ ਫਿਰ ਆਏ ਸਤਸੰਗ ਵਿੱਚ ਆਉਂਦੇ ਆ। ਇੱਥੇ ਵੀ ਹਰੇਕ ਨਹੀਂ ਨਾ ਆ ਸਕਦਾ। ਜਿਨ੍ਹਾਂ ਦੇ ਉਦੋਂ ਵੀ ਵੱਡੇ ਭਾਗ ਹੋਣ, ਉਹਨਾਂ ਨੂੰ ਫਿਰ ਸਤਸੰਗ ਵਿੱਚ ਆ ਕੇ ਮਨ ਮੰਨਦਾ ਹੈ ਕਿ ਆਪਾਂ ਕੇਸ ਦਾੜੀਆਂ ਰੱਖੀਏ, ਅੰਮ੍ਰਿਤ ਛਕ ਕੇ ਸਿੰਘ ਸਜੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਸੰਪੂਰਨਤਾ ਗੁਰਮੁਖ। ਮਰਜ਼ੀ ਤੁਹਾਡੀ ਹੈ, ਤੁਸੀਂ ਕਿਹੜੇ ਪਾਸੇ ਜਾਣਾ ਹੈ, ਪਰ ਅਸੀਂ ਤਾਂ ਤੁਹਾਨੂੰ ਰਾਹ ਦੱਸਦੇ ਹਾਂ, ਜਿਹੜਾ ਰਾਹ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਭਾਈ ਲਾਲੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਉਹਦੇ ਘਰ ਕੋਧਰੇ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਛਕਿਆ, ਤੇ ਮਲਕ ਭਾਗੋ ਦੇ ਪੂੜਿਆਂ ਚੋਂ ਲਹੂ ਕੱਢ ਕੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦੀਆਂ ਧਾਰਾਂ ਵਗਾ ਕੇ ਉੱਥੇ ਦਿਖਾਈਆਂ ਸੀ ਸਭ ਦੇ ਸਾਹਮਣੇ ਗੁਰੂ ਨੇ। ਐਵੇਂ ਕਿਤੇ ਉਹ ਝੁਕਣ ਵਾਲੇ ਸੀ? ਭਾਈ ਲਾਲੋ ਜੀ ਕਹਿੰਦੇ, ਮਹਾਰਾਜ ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਮਲਕ ਭਾਗੋ ਨੇ ਮਾਫੀ ਨਹੀਂ ਮੰਗੀ, ਇਹ ਹੁਣ ਕਿਸੇ ਨਾ ਕਿਸੇ ਬਹਾਨੇ ਆਪਾਂ ਨੂੰ ਤੰਗ ਕਰੂਗਾ। ਮਹਾਰਾਜ ਕਹਿੰਦੇ, ਕੀ ਗੱਲ? ਕਹਿੰਦਾ, ਜੀ ਵੱਡੇ ਲੋਕ ਨੇ, ਗਰੀਬਾਂ ਤੇ ਜ਼ੁਲਮ ਕਰਦੇ ਐ, ਆਪਦੀ ਮਰਜ਼ੀ ਕਰਦੇ ਐ। ਮੇਰੇ ਸਤਿਗੁਰ ਨੇ ਉਦੋਂ ਫਿਰ ਬਾਣੀ ਉਚਾਰੀ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਲੈ ਸੁਣੀ ਲਓ। ਮਹਾਰਾਜ ਕਹਿੰਦੇ, ਭਾਈ ਲਾਲੋ ਡਰਨਾ, ਜੇ ਇਹ ਜ਼ੁਲਮ ਕਰਦੇ ਐ ਨਾ, ਕੋਈ ਇਹਨਾਂ ਤੋਂ ਵੀ ਬਦਲਾ ਲੈਣ ਵਾਲਾ ਆ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣੋ ਮਹਾਰਾਜ ਕੀ ਕਹਿੰਦੇ ਹਨ। ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਕਹਿੰਦੇ, ਭਾਈ ਲਾਲੋ ਯਾਦ ਰੱਖੀ, ਇਹਨਾਂ ਨੂੰ ਸੋਧਾ ਲਾਉਣ ਵਾਲਾ ਵੀ ਕਾਬਲ ਤੋਂ ਤੁਰਿਆ। ਬਾਬਰ ਆ ਰਿਹਾ ਸੀ, ਉਹਦੀ ਜਿਹੜੀ ਫੌਜ ਸੀ ਉਹਨੂੰ ਪਾਪ ਦੀ ਜੰਜ ਆਖਿਆ। ਇਹਨਾਂ ਨੂੰ ਵੀ ਸੋਧਾ ਲਾਊਗਾ ਕਹਿੰਦੇ ਆ ਕੇ। ਇੱਕ ਪੰਡਤ ਭਾਈ ਲਾਲੋ ਦਾ ਗਵਾਂਢੀ ਸੀ, ਆ ਕੇ ਕਹਿੰਦਾ, ਭਾਈ ਲਾਲੋ ਤੇਰੇ ਘਰੇ ਆਏ ਫਕੀਰ ਨੂੰ ਕਿਸੇ ਨੇ ਕੁਛ ਕਹਿਤਾ? ਇਹ ਸ਼ਰਾਪ ਦੇਈ ਜਾਂਦੇ ਐ। ਮਹਾਰਾਜ ਕਹਿੰਦੇ, ਅਸੀਂ ਸ਼ਰਾਪ ਨਹੀਂ ਦਿੰਦੇ, ਇਹ ਤਾਂ ਜਿਹੇ ਜੇ ਖਿਆਲ ਪ੍ਰਮਾਤਮਾ ਭੇਜਦਾ ਅਸੀਂ ਉਹ ਦੱਸ ਰਹੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਅੱਗੇ ਸੁਣੋ ਫਿਰ ਹੋਰ ਦੱਸਦੇ ਹਨ। ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਹਿੰਦੇ ਫੌਜਾਂ ਲੈ ਕੇ ਬਾਬਰ ਚੜ੍ਹ ਕੇ ਆ ਰਿਹਾ ਪਾਪ ਦੀ ਜੰਜ ਲੈ ਕੇ। ਆ ਜਿਹੜੇ ਅੱਜ ਗਰੀਬਾਂ ਨੂੰ ਲੁੱਟਦੇ ਆ ਨਾ, ਉਹ ਇਹਨਾਂ ਨੂੰ ਲੁੱਟੂਗਾ। ਕਹਿੰਦਾ ਧੱਕੇ ਨਾਲ ਹੀ ਸਭ ਕੁਝ ਖੋਹ ਲੈਣਾ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਹਿੰਦੇ ਸ਼ਰਮ ਧਰਮ ਰਹੇ ਹੀ ਕੋਈ ਨਹੀਂ। ਕਹਿੰਦੇ ਇੱਥੇ ਹੁਣ ਕੂੜ ਪ੍ਰਧਾਨ ਹੋਇਆ ਫਿਰਦਾ ਹੈ। ਤੇ ਹੁਣ ਵੀ ਦੇਖ ਲਓ, ਆਪਾਂ ਸੁੱਤੇ ਰਹਿੰਦੇ ਆ, ਆਗੂ ਲੋਕ ਸਾਡੇ ਨਾਲ ਝੂਠੇ ਵਾਅਦੇ ਕਰਕੇ ਸੌਹਾਂ ਖਾ ਖਾ ਮੁੱਕਰ ਜਾਂਦੇ ਆ। ਗੁਰੂ ਅਸੀਂ ਫਿਰ ਭਰੋਸਾ ਕਰ ਲੈਂਦੇ। ਇਹਨੂੰ ਕਹਿੰਦੇ ਆ ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਦੋਂ ਵੀ ਸੀ, ਪਰ ਤੁਸੀਂ ਯਾਦ ਰੱਖਿਓ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਭਾਈ। ਮਹਾਰਾਜ ਕਹਿੰਦੇ ਕਰਮ ਧਰਮ ਸ਼ਰਮ ਦੁਨੀਆ ਛੱਡ ਗਈ ਹੈ। ਕਾਜੀਆਂ ਬਾਹਮਣਾ ਕੀ ਗੱਲ ਥਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਉਦੋਂ ਨਾ ਜ਼ਿਆਦਾਤਰ ਮੁਸਲਮਾਨ ਤੇ ਹਿੰਦੂ ਹੀ ਹੁੰਦੇ ਸੀ। ਸਿੱਖ ਧਰਮ ਤਾਂ ਸ਼ੁਰੂ ਹੀ ਹੋਇਆ ਸੀ ਉਦੋਂ। ਮਹਾਰਾਜ ਕਹਿੰਦੇ ਨਾ ਤਾਂ ਕੋਈ ਕਾਜ਼ੀਆਂ ਦੀ ਗੱਲ ਸੁਣਦਾ, ਨਾ ਹੀ ਕੋਈ ਬ੍ਰਾਹਮਣਾਂ ਦੀ ਗੱਲ ਸੁਣਦਾ। ਧਰਮ ਦੀ ਗੱਲ ਤਾਂ ਸੁਣਦੇ ਹੀ ਨਹੀਂ। ਹੁਣ ਸਿੱਖੋ ਐਂ ਵੀ ਕਹਿ ਲੋ ਵੀ ਗੁਰੂਆਂ ਦੀ ਗੱਲ ਵੀ ਕੋਈ ਸੁਣ ਨਹੀਂ ਰਿਹਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜਾ ਸ਼ਬਦ ਵਰਤਿਆ ਨਾ ਅਗਦ ਪੜੈ ਸ਼ੈਤਾਨ ਵੇ ਲਾਲੋ, ਇਹ ਹੁੰਦਾ ਵਿਆਹ ਮੌਕੇ ਉਪਦੇਸ਼। ਤੇ ਤੁਸੀਂ ਆਪਦੇ ਮਨਾਂ 'ਚ ਝਾਤੀ ਮਾਰ ਲਓ, ਹੁਣ ਕਿਹੜਾ ਸੁਣਦੇ ਆਪਾਂ। ਜਿੱਥੋਂ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ, ਬੱਚਾ ਬੱਚੀ ਦੀ ਅਰਦਾਸ ਕਰਨੀ ਸੀ, ਆਨੰਦਾਂ ਮੌਕੇ ਲਾਵਾਂ ਸੁਣਨੀਆਂ ਸੀ, ਉੱਥੇ ਨਹੀਂ ਜਾਂਦੇ। ਤੇ ਜਿੱਥੇ ਦੂਜਾ ਗਲਤ ਗਾਉਣ ਵਜਾਉਣ ਚੱਲਦਾ ਹੁੰਦਾ, ਉੱਥੇ ਬਿਨਾਂ ਬੁਲਾਈ ਪਹੁੰਚ ਜਾਂਦੇ ਆ ਗੁਰੂ। ਇਹ ਹੁਣ ਵੀ ਸਮਝ ਲਿਓ, ਇਹ ਹੈ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਸ਼ੈਤਾਨਾਂ ਵਾਲੀ ਬਿਰਤੀ ਹੋ ਗਈ ਗੁਰਮੁਖੋ। ਅੱਗੇ ਹੋਰ ਦੱਸਦੇ ਹਨ। ਮੁਸਲਮਾਨੀਆਂ ਪੜ੍ਹੈ ਕਿਤਾਬਾਂ, ਕਸ਼ਟ ਮਹਿ ਕਰਹਿ ਖੁਦਾਏ ਵੇ ਲਾਲੋ। ਮਹਾਰਾਜ ਕਹਿੰਦੇ ਭਾਈ ਲਾਲੋ ਲੈ ਸਾਡਾ ਬਚਨ ਹੈ, ਤੂੰ ਯਾਦ ਰੱਖੀ। ਇਹ ਜਿਹੜੇ ਗਊ ਗਰੀਬ ਨਾਲ ਧੱਕਾ ਕਰਦੇ ਆ ਨਾ, ਅੱਜ ਕੋਈ ਧਰਮ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਦੋਂ ਆਊ ਦੁੱਖ ਦਾ ਸਮਾਂ, ਇਹ ਉਦੋਂ ਕਿਤਾਬਾਂ ਪੜ੍ਹਨਗੇ ਫਿਰ ਧਰਮ ਦੀਆਂ। ਗੱਲ ਆਪਣੇ ਵਾਲੀ ਹੋਈ ਹੈ। ਸੁੱਖ ਵੇਲੇ ਨਹੀਂ ਆਉਂਦੇ, ਜਦੋਂ ਫਸ ਜੀਏ ਨਾ ਕਿਤੇ, ਫਿਰ ਸਿੱਧਾ ਹੀ ਠੇਕਾ ਵੀ ਹੈ ਮਹਾਰਾਜ ਸਾਡਾ ਕੰਮ ਕਰਦੇ, ਮੈਂ ਤੇਰੀ ਦੇਗ ਕਰਾ ਦੂੰ। ਐ ਵੀ ਨਹੀਂ ਕਹਿੰਦੇ ਵੀ ਘਿਓ ਦੀ ਦੇਗ ਕਰਾ ਦੂੰ, ਸਿੱਧਾ ਹੀ ਠੇਕਾ। ਫਿਰ ਇਹ ਵਪਾਰੀ ਹੈ ਕਿਤੇ, ਸਮਝ ਰਹੇ। ਇੱਥੇ ਤਾਂ ਨਿਮਰਤਾ ਸ਼ਰਧਾ ਨਾਲ ਬੇਨਤੀ ਕਰਿਆ ਕਰੋ। ਕਬੀਰ ਜੀ ਮਹਾਰਾਜ ਕਹਿੰਦੇ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਕਹਿੰਦੇ ਜਿਵੇਂ ਲੋੜ ਪੈਣ ਤੇ ਕੰਮ ਵੇਲੇ ਸਿਮਰਦਾ ਨਾ, ਉਵੇਂ ਨਿਤ ਸਿਮਰਿਆ ਕਰ, ਫੇਰ ਦੇਖ ਤੇਰੀ ਚੜ੍ਹਦੀ ਕਲਾ। ਤੇਰਾ ਜਿਉਂਦੇ ਦਾ ਹੀ ਸੱਚਖੰਡ 'ਚ ਵਾਸਾ ਹੋ ਜੂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਫਿਰ ਭਾਈ ਲਾਲੋ ਦੇ ਨਾਲ ਉਦੋਂ ਬਚਨ ਵੀ ਕੀਤੇ, ਸ਼ਬਦ ਉੱਥੇ ਹੀ ਉਚਾਰਿਆ ਸੀ। ਭਾਈ ਲਾਲੋ ਕਹਿੰਦਾ ਜੀ ਫਿਰ ਆਪਣਾ ਕੀ ਬਣੂ। ਮਹਾਰਾਜ ਕਹਿੰਦੇ ਚਿੰਤਾ ਕਿਉਂ ਕਰਦੇ ਹੋ, ਅਸੀਂ ਤੁਹਾਡੇ ਨਾਲ, ਅਸੀਂ ਤੁਹਾਡੇ ਦੁੱਖ 'ਚ ਖੜਾਂਗੇ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਫਿਰ ਬਾਬਰ ਨੇ ਹਮਲਾ ਕੀਤਾ। ਸਾਰਾ ਉਹ ਲਿਖਿਆ ਪਿਆ ਨਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਲੁੱਟਿਆ ਹਿੰਦੁਸਤਾਨ ਨੂੰ ਖੂਬ ਧਰ ਕੇ। ਪਰ ਉੱਥੇ ਏਮਨਾਬਾਦ ਗੁਰੂ ਨਾਨਕ ਪਾਤਸ਼ਾਹ ਵੀ ਭਾਈ ਲਾਲੋ ਦੇ ਘਰ ਗਏ ਹੋਏ, ਫਸ ਗਏ, ਜੇਲ੍ਹ ਖਾਨੇ ਵੀ ਗਏ। ਫਿਰ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ। ਮਹਾਰਾਜ ਨੂੰ ਜੇਲ੍ਹ ਖਾਨੇ 'ਚ ਬੰਦ ਕਰਤਾ। ਸਤਿਗੁਰ ਨੇ ਸਤ ਕਰਤਾਰ ਕਹਿ ਕੇ ਉਂਗਲ ਘੁਮਾਈ ਤੇ ਜੇਲ੍ਹ ਖਾਨੇ ਦੀਆਂ ਚੱਕੀਆਂ ਸਾਰੀਆਂ ਹੀ ਆਪੇ ਘੁੰਮੀਆਂ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਾਬਰ ਆਪ ਗਿਆ ਦੇਖਣ, ਕਹਿੰਦਾ ਇਹ ਤਾਂ ਕੋਈ ਵੱਡਾ ਹੀ ਮਹਾਬਲੀ ਫਕੀਰ ਆ ਗਿਆ। ਅੱਜ ਤੱਕ ਐਸੀ ਤਾਕਤ ਕਿਸੇ 'ਚ ਨਹੀਂ ਦੇਖੀ। ਆਜੋ ਮਹਾਪੁਰਸ਼ੋ, ਤੁਸੀਂ ਜੇਲ੍ਹ 'ਚੋਂ ਬਾਹਰ ਆਜੋ। ਸਤਿਗੁਰ ਕਹਿੰਦੇ ਜੇ ਸਾਨੂੰ ਕੱਢਣਾ ਨਾ ਜੇਲ੍ਹ 'ਚੋਂ,
ਜਿੰਨੇ ਬਾਕੀ ਕੈਦੀ ਇਹਨਾਂ ਨੂੰ ਵੀ ਛੱਡ। ਕਹਿੰਦਾ ਛੱਡ ਦੂੰਗਾ, ਪਰ 2-4 ਬਚਨ ਬਿਲਾਸ ਕਰਨੇ। ਮਹਾਰਾਜ ਕਹਿੰਦੇ ਚੱਲ, ਕਿਉਂਕਿ ਜਾਏ ਆਏ ਬਿਨਾ ਗੱਲ ਕਰੇ ਬਿਨਾ ਤਾਂ ਮਸਲਾ ਹੱਲ ਨਹੀਂ ਨਾ ਹੁੰਦਾ। ਉਹ ਆਪਣਾ ਜਿੱਥੇ ਟਿਕਾਣਾ ਕੀਤਾ ਸੀ ਉੱਥੇ ਲੈ ਗਿਆ ਮਹਾਰਾਜ ਨੂੰ ਜਾ ਕੇ। ਪਹਿਲਾਂ ਤਾਂ ਕਹਿੰਦਾ ਜੀ ਆਹ ਲਓ ਪਿਆਲਾ ਪੀ ਲਓ। ਪਾਤਸ਼ਾਹ ਕਹਿੰਦੇ ਕੀ ਹੈ ਇਹਦੇ 'ਚ? ਕਹਿੰਦਾ ਜੀ ਇਹਦੇ 'ਚ ਸ਼ਰਾਬ ਹੈ, ਜਿੰਨਾ ਚਿਰ ਇਹਦਾ ਨਸ਼ਾ ਰਹੂ ਦੁੱਖ ਸੁੱਖ ਸਭ ਭੁੱਲ ਜਾਓਗੇ। ਤੇ ਸਤਿਗੁਰ ਕਹਿੰਦੇ ਇਹ ਤਾਂ ਠੀਕ ਨਹੀਂ ਕੰਮ। ਕਿੰਨਾ ਕੁ ਚਿਰ ਨਸ਼ਾ ਰਹੂ? ਕਹਿੰਦਾ ਜੀ 1.5-2 ਘੰਟੇ। ਮਹਾਰਾਜ ਕਹਿੰਦੇ ਫੇਰ? ਕਹਿੰਦਾ ਫੇਰ ਪੀ ਲਿਓ, ਤੁਹਾਨੂੰ ਕਿਹੜਾ ਰੋਕ ਹੈ। ਮਹਾਰਾਜ ਕਹਿੰਦੇ ਪੀਂਦੇ ਰਵਾਂਗੇ, ਨਸ਼ਾ ਚੜ੍ਹਦਾ ਰਹੂ, ਉਤਰਦਾ ਰਹੂਗਾ। ਲੈ ਤੈਨੂੰ ਅਸੀਂ ਦੱਸਦੇ ਇਹ ਝੂਠੇ ਨਸ਼ੇ ਛੱਡ। ਆ ਜਿਹੜਾ ਬਚਨ ਪੜ੍ਹਦੇ ਆ ਨਾ ਆਪਾਂ, ਮਹਾਰਾਜ ਨੇ ਉਦੋਂ ਹੀ ਕਿਹਾ ਸੀ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਹਿੰਦੇ ਪੋਸਤ ਦਾ ਨਸ਼ਾ ਹੈ, ਭੰਗ ਦਾ ਨਸ਼ਾ ਹੈ, ਅਫੀਮ ਦਾ ਨਸ਼ਾ ਹੈ, ਸ਼ਰਾਬ ਦਾ ਨਸ਼ਾ ਹੈ, ਜਿੰਨਾ ਮਰਜੀ ਕਰੀ ਚੱਲੋ ਸਵੇਰ ਨੂੰ ਉਤਰ ਜਾਂਦਾ ਹੈ। ਪਰ ਇੱਕ ਨਾਮ ਦਾ ਨਸ਼ਾ ਹੈ ਜਿਹੜਾ ਦਿਨ ਰਾਤ ਹੀ ਚੜਿਆ ਰਹਿੰਦਾ ਹੈ। ਆਖੋ ਸਤਨਾਮ। ਕਹਿੰਦੇ ਝੂਠੇ ਨਸ਼ੇ ਨਹੀਂ ਕਰਨੇ। ਤੁਹਾਨੂੰ ਵੀ ਬੇਨਤੀ ਹੈ, ਜਿਹੜੇ ਜਿਹੜੇ ਗੁਰੂ ਦੇ ਸਿੱਖ ਕਹਾਉਨੇ ਹੋ ਨਾ, ਇਹ ਨਸ਼ੇ ਛੱਡ ਦਿਓ ਭਾਈ। ਮਹਾਰਾਜ ਨੇ ਇਹਨਾਂ ਨੂੰ ਵਰਜਿਤ ਕੀਤਾ ਹੈ। ਤੇ ਜੇ ਚਾਹੁੰਦੇ ਹੋ ਵੀ ਗੁਰੂ ਸਾਡੀ ਸੁਣੇ, ਆਪਾਂ ਵੀ ਗੁਰੂ ਦੀ ਮੰਨੀਏ ਨਾ, ਫੇਰ ਹੀ ਫਾਇਦਾ। ਜੇ ਹੁਣ ਕਹੋ ਵੀ ਬਾਪੂ ਤਾਂ ਸਾਨੂੰ ਆ ਵੀ ਦੇ ਦੇ, ਆ ਵੀ ਦੇ ਦੇ, ਬਾਪੂ ਦਾ ਕਿਹਾ ਅਸੀਂ ਮੰਨਣਾ ਨਹੀਂ, ਤੇ ਬਾਪੂ ਕੀ ਕਰਦਾ ਫਿਰ? ਕਹਿੰਦਾ ਵੀ ਬੇਦ ਆਵੇ ਆ, ਤੁਰੇ ਫਿਰੋ ਜਿੱਥੇ ਮਰਜ਼ੀ। ਹੁੰਦਾ ਹੈ ਨਾ। ਹਜੇ ਸ਼ੁਕਰ ਕਰੋ ਪਰਮਾਤਮਾ ਫੇਰ ਵੀ ਸਾਨੂੰ ਰੋਜੀ ਰੋਟੀ ਦੇਈ ਜਾਂਦਾ ਹੈ। ਤੇ ਨਹੀਂ ਤਾਂ ਜਿਹੜੇ ਚੱਜ ਆਪਣੇ ਹੈਗੇ, ਮੈਂ ਵੀ ਵਿੱਚੋਂ ਹੀ ਆਪਦੇ ਮਨਾਂ 'ਚ ਝਾਤੀ ਮਾਰ ਲਿਓ, ਕੀ ਅਸੀਂ ਪੂਰੇ ਆ ਉਹਨਾਂ ਬਚਨਾਂ ਤੇ ਜਿਹੜੇ ਪਰਮਾਤਮਾ ਨਾਲ ਕੀਤੇ ਗੁਰੂ? ਸਿਆਣੇ ਬਣਨਾ ਕੁਛ। ਮਹਾਰਾਜ ਕਹਿੰਦੇ ਛੱਡ ਦੁਨੀਆ ਦੇ ਨਸ਼ੇ, ਨਾਮ ਦਾ ਨਸ਼ਾ ਕਰਿਆ ਕਰ। ਦਿਨ ਰਾਤ ਦਾ ਪਤਾ ਨਹੀਂਓ ਲੱਗਦਾ, ਚਰਨਾਂ 'ਚ ਮਨ ਲੱਗਿਆ। ਦਿਨ ਰਾਤ ਦਾ ਪਤਾ ਨਹੀਂਓ ਲੱਗਦਾ, ਚਰਨਾਂ 'ਚ ਮਨ ਲੱਗਿਆ। ਰਾਤ ਦਾ ਪਤਾ ਨਹੀਂਓ ਲੱਗਦਾ, ਚਰਨਾਂ 'ਚ ਮਨ ਲੱਗਿਆ। ਦਿਨ ਰਾਤ ਦਾ ਪਤਾ ਨਹੀਂਓ ਚੱਲਦਾ, ਚਰਨਾਂ 'ਚ ਮਨ ਲੱਗਿਆ। ਦਿਨ ਰਾਤ ਦਾ ਪਤਾ ਨਹੀਂਓ ਚੱਲਦਾ, ਚਰਨਾਂ 'ਚ ਮਨ ਲੱਗਿਆ। ਦਿਨ ਰਾਤ ਦਾ ਪਤਾ ਨਹੀਂਓ ਚੱਲਦਾ, ਚਰਨਾਂ 'ਚ ਮਨ ਲੱਗਿਆ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ। ਕਹਿੰਦੇ ਨਾਮ ਦਾ ਨਸ਼ਾ ਕਰ, ਦਿਨ ਰਾਤ ਹੀ ਚੜ੍ਹਦੀ ਕਲਾ ਰਹਿੰਦੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਪਿਆਲਾ ਨਹੀਂ ਪੀਣਾ। ਕਹਿੰਦਾ ਠੀਕ ਹੈ ਜੀ ਤੁਹਾਡੀ ਮਰਜ਼ੀ। ਮਹਾਰਾਜ ਕਹਿੰਦੇ ਐਂ ਦੱਸ, ਕਿੰਨੀਆਂ ਬੀਬੀਆਂ ਦੇ ਪਤੀ ਮਾਰੇ, ਵਿਧਵਾ ਬਣਾਤੀਆਂ, ਕਿੰਨੀਆਂ ਮਾਵਾਂ ਦੇ ਪੁੱਤ ਮਾਰੇ, ਕਿੰਨੀਆਂ ਭੈਣਾਂ ਦੇ ਭਰਾ ਕਤਲ ਕਰਤੇ, ਇੰਨਾ ਰਾਜ ਭਾਗ ਵਧਾ ਲਿਆ, ਕੀ ਕਰੇਗਾ? ਪੁੱਤ ਤਾਂ ਤੇਰਾ ਮਰਨ ਕਿਨਾਰੇ ਪਿਆ। ਕਹਿੰਦੇ ਬਾਬਰ ਦਾ ਪੁੱਤਰ ਸੀ ਹਮਾਊਂ, ਬਿਮਾਰ ਰਹਿੰਦਾ ਸੀ। ਜਦੋਂ ਆ ਬਚਨ ਮਹਾਰਾਜ ਨੇ ਕੀਤਾ ਤੇ ਬਾਬਰ ਮਨ ਭਰਿਆ ਆ। ਕਹਿੰਦਾ ਜੀ ਪੁੱਤ ਤਾਂ ਵਾਕਈ ਮੇਰਾ ਮਰਨ ਕਿਨਾਰੇ ਪਿਆ ਹੈ। ਤੇ ਸੱਚੀ ਗੱਲ ਇਹ ਹੈ, ਇਹ ਗੱਲ ਕਹਿਣ ਦਾ ਕਿਸੇ ਨੇ ਹੀਆਂ ਹੀ ਨਹੀਂ ਸੀ ਕੀਤਾ, ਡਰਦੇ ਸੀ। ਸਤਿਗੁਰ ਕਹਿੰਦੇ ਤੂੰ ਬਾਬਰ ਨਹੀਂ, ਜਾਬਰ ਹੈ, ਜਾਬਰ।
ਜਿਹੜੀਆਂ ਬਦਦੁਆਵਾਂ ਇਹ ਬੇੜਾ ਬਹਾ ਦਿੰਦੀਆਂ ਹੁੰਦੀਆਂ। ਰਾਜੇ ਹੁੰਦੇ ਆ ਪਰਜਾ ਦੀ ਰਾਖੀ ਲਈ, ਚੰਗੇ ਕੰਮ ਕਰ, ਜਦੋਂ ਪਰਜਾ ਅਸੀਸ ਦੇਊ ਤੇਰਾ ਬੇੜਾ ਬੰਨੇ ਤਾਂ ਲੱਗਣਾ। ਕਹਿੰਦਾ ਸਤ ਬਚਨ ਮਹਾਰਾਜ, ਕੀ ਮੇਰਾ ਪੁੱਤ ਰਾਜੀ ਹੋ ਸਕਦਾ ਹੈ? ਪਾਤਸ਼ਾਹ ਕਹਿੰਦੇ ਕਰਮ ਦਾ ਫਲ ਤਾਂ ਭੋਗਣਾ ਪੈਂਦਾ ਹੈ, ਫਿਰ ਵੀ ਚੱਲ ਮਹਾਰਾਜ ਮੂਹਰੇ ਅਰਦਾਸ ਕਰ, ਤੇਰਾ ਭਲਾ ਹੋ ਜੂ। ਕਹਿੰਦਾ ਜੀ ਹੁਣ ਤਾਂ ਮੇਰੇ ਲਈ ਤੁਸੀਂ ਹੀ ਮਹਾਰਾਜ ਹੋ, ਮੇਰਾ ਪੁੱਤ ਰਾਜੀ ਹੋ ਜੇ, ਜਿਹੜਾ ਕੋਈ ਮਾੜੇ ਕਰਮ ਦਾ ਫਲ ਹੈ ਮੈਨੂੰ ਲੱਗ ਜੇ। ਕਹਿੰਦਾ ਇਹ ਜੀ ਅਰਦਾਸ ਸੁਣੀ। ਬਾਬਰ ਬਿਮਾਰ ਹੁੰਦਾ ਗਿਆ ਤੇ ਉਹਦਾ ਪੁੱਤ ਠੀਕ ਹੋ ਗਿਆ, ਗੁਰੂ ਰਾਜੀ ਹੋਣ ਲੱਗ ਗਿਆ। ਚਲੋ ਇਸ ਤਰ੍ਹਾਂ ਬਚਨ ਬਿਲਾਸ ਸਤਿਗੁਰ ਨੇ ਕੀਤੇ। ਫਿਰ ਜਿੰਨੇ ਕੈਦੀ ਕੈਦ ਕੀਤੇ ਸੀ ਸਾਰੇ ਛੁਡਾਏ। ਬਾਬਰ ਨੂੰ ਵੀ ਕਹਿਤਾ ਵੀ ਇਦੋਂ ਬਾਅਦ ਕਿਸੇ ਨੂੰ ਲੁੱਟਣਾ ਨਹੀਂ ਹੈ, ਹਮਲਾ ਨਹੀਂ ਕਰਨਾ। ਮੁੜ ਕੇ ਨਹੀਂ ਉਹਨੇ ਹਮਲਾ ਕੀਤਾ। ਉਹ ਸਤਿਗੁਰ ਦੇ ਉਪਦੇਸ਼ ਦਾ ਫਲ ਸੀ ਗੁਰੂ। ਤੇ ਆ ਜਿਹੜੇ ਹੱਕਾਂ ਦੀ ਖਾਤਰ ਅੱਜ ਆਪਾਂ ਧਰਨੇ ਲਾਉਨੇ, ਆਪਦੀ ਆਵਾਜ਼ ਉਠਾਉਣ ਜੋਗੇ ਹੋ ਗਏ, ਇਹ ਸਾਡੇ ਗੁਰੂਆਂ ਦੀ, ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਹੈ। ਕਬੀਰ ਜੀ ਮਹਾਰਾਜ, ਨਾਮਦੇਵ ਜੀ ਮਹਾਰਾਜ, ਇਹਨਾਂ ਨੇ ਸਿਕੰਦਰ ਲੋਧੀ ਵਰਗਿਆਂ ਦੇ ਮੂਹਰੇ ਆਵਾਜ਼ ਉਠਾਈ। ਗੁਰੂ ਨਾਨਕ ਸਾਹਿਬ ਨੇ ਬਾਬਰ ਮੂਹਰੇ ਆਵਾਜ਼ ਉਠਾਈ, ਤੇ ਛੇਵੇਂ ਪਾਤਸ਼ਾਹ ਨੇ ਤਾਂ ਫਿਰ ਕੱਲੀ ਆਵਾਜ਼ ਨਹੀਂ ਉਠਾਈ, ਤਲਵਾਰ ਵੀ ਚੱਕੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਰਾਜੇ ਹੁੰਦੇ ਆ ਪਰਜਾ ਦੀ ਰਾਖੀ ਲਈ, ਜੇ ਤੁਸੀਂ ਐ ਧਰਮੀਆਂ ਨੂੰ ਦੁੱਖ ਦੇਣਾ ਹੈ, ਗੁਰੂ ਅਰਜਨ ਦੇਵ ਮਹਾਰਾਜ ਵਰਗਾ ਧਰਮੀ ਮਿਲੂ। ਕਿੰਨੀ ਨਿਮਰਤਾ, ਕਿਸੇ ਦਾ ਕੁਝ ਲੁੱਟਿਆ ਨਹੀਂ, ਖੋਇਆ ਨਹੀਂ, ਸਗੋਂ ਬਾਣੀ ਲਿਖੀ। ਤੇ ਉਹਨਾਂ ਨੂੰ ਵੀ ਮੇਰੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਤਾ। ਜੇ ਐ ਘਰਾਂ 'ਚ ਬੈਠਿਆਂ ਨੂੰ ਫੜ ਫੜ ਕਹਿੰਦੇ ਦੁੱਖ ਦੇਣ ਲੱਗੇ, ਆਮ ਪਰਜਾ ਦਾ ਕੀ ਬਣੂਗਾ? ਤਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਫਿਰ ਸਾਡੇ ਅੰਦਰ ਜਜ਼ਬਾ ਭਰਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਆ ਜਿਹੜੀਆਂ ਸ੍ਰੀ ਸਾਹਿਬਾਂ ਪਾਉਂਦੇ ਆ ਨਾ, ਗਾਤਰੇ ਕਿਰਪਾਨਾਂ, ਪਾਇਆ ਕਰੋ ਗੁਰਮੁਖੋ, ਇਹ 'ਚ ਬਾਹਲੀ ਸ਼ਕਤੀ ਹੈ। ਇਹ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ। ਕਹਿੰਦੇ ਸ੍ਰੀ ਸਾਹਿਬਾਂ ਪਹਿਨੋ, ਆਪਣੀ ਰਾਖੀ ਆਪ ਕਰਨੀ ਸਿੱਖੋ ਭਾਈ। ਇਹ ਕੋਈ ਦਿਖਾਵਾ ਨਹੀਂ। ਜੇ ਕਿਤੇ ਮਾਨ ਮਰਿਆਦਾ ਸਿੱਖ ਪੂਰਾ ਹੈ, ਤੱਤੀ ਬਾਹ ਲੱਗ ਹੀ ਨਹੀਂ ਸਕਦੀ ਗੁਰਮੁਖ। ਅੱਗੇ ਧੀਆਂ ਭੈਣਾਂ ਨੂੰ ਨਾ ਘਰਾਂ ਚੋਂ ਚੁੱਕ ਕੇ ਲੈ ਜਾਂਦੇ। ਬੀਬੀ ਸੁੰਦਰੀ ਦਾ ਇਤਿਹਾਸ ਪੜ੍ਹੋ। ਘਰਾਂ ਚੋਂ ਜ਼ਾਲਮ ਸੋਹਣੀਆਂ ਸੋਹਣੀਆਂ ਕੁੜੀਆਂ ਚੁੱਕ ਕੇ ਲੈ ਜਾਂਦੇ। ਗਜਨੀ 'ਚ ਮੰਡੀ ਲੱਗਦੀ। ਗੁੱਸਾ ਤਾਂ ਕਰਿਓ ਨਾ, ਗੱਲ ਸਮਝ ਲਿਓ, ਦੁੱਖ ਦੀ ਰਗ ਤੇ ਹੱਥ ਲੱਗਣ ਲੱਗਿਆ। ਨਗਨ ਕਰਕੇ ਨਾ ਐ ਜਿਵੇਂ ਮੋਟਰਸਾਈਕਲ ਲਾਏ ਪਏ ਹੁੰਦੇ ਆ ਨਾ ਟਰੈਕਟਰ, ਮੰਡੀਆਂ 'ਚ ਐ ਖੜਾ ਦਿੰਦੇ ਸੀ। ਨਗਨ ਕਰ ਕਰਕੇ ਉਹ ਫਿਰ ਮੁੱਲ ਖਰੀਦਦੇ। ਅਤਿਆਚਾਰ ਬਹੁਤ ਹੁੰਦਾ ਸੀ। ਜੇ ਇਹ ਅਤਿਆਚਾਰ ਰੋਕਿਆ, ਇਹ ਸ੍ਰੀ ਸਾਹਿਬਾਂ ਨਾਲ ਹੀ ਰੋਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਅੱਜ ਬਾਬਾ ਵਿਸ਼ਵਕਰਮਾ ਜੀ ਦੀ ਯਾਦ 'ਚ ਜੁੜੇ ਹੋ। ਮਿਸਤਰੀ ਸਿੱਖਾਂ ਦੇ ਵਿੱਚੋਂ ਭਾਈ ਜੱਸਾ ਸਿੰਘ ਰਾਮਗੜੀਆ ਹੋਏ। ਆ ਜਿਹੜੇ ਤਖਤ ਤੇ ਬਹਿ ਕੇ ਔਰੰਗਜ਼ੇਬ ਜ਼ੁਲਮ ਕਰਦਾ ਰਿਹਾ ਨਾ, ਉਹਨੂੰ ਕਹਿੰਦੇ ਸੀ ਤਖਤੇ ਤਾਊਸ। ਦਿੱਲੀ ਵਿੱਚ ਉਹਨੂੰ ਜੱਸਾ ਸਿੰਘ ਰਾਮਗੜੀਆ ਪੱਟ ਕੇ ਨਾ, ਰੱਸਿਆਂ ਨਾਲ ਬੰਨ੍ਹ ਕੇ, ਘੋੜੇ ਮੰਗਰ ਘੜੀਸ ਕੇ ਲਿਆਇਆ ਸੀ ਅੰਮ੍ਰਿਤਸਰ। ਹੁਣ ਵੀ ਕਿਤੇ ਜਾਓ, ਗੁਰੂ ਰਾਮਦਾਸ ਜੀ ਦਾ ਲੰਗਰ ਚੱਲਦਾ ਹੈ। ਲੰਗਰ ਦੇ ਨਾਲ 2 ਉੱਚੇ ਬੁਰਜ ਬਣੇ ਹੋਏ ਆ, ਉਹਨਾਂ ਨੂੰ ਕਹਿੰਦੇ ਆ ਬੁੰਗਾ ਰਾਮਗੜੀਆ। ਲੰਗਰ ਦੇ ਨਾਲ ਦੀ ਛੋਟਾ ਜਿਹਾ ਇੱਕ ਰਸਤਾ ਜਾਂਦਾ, ਕਿਤੇ ਜਾ ਕੇ ਥੱਲੇ ਦੇਖਿਓ, ਬਹੁਤ ਵੱਡਾ ਮਹਿਲ ਹੈ ਥੱਲੇ, ਨੀਵਾਂ 3-4 ਮੰਜ਼ਲਾ ਥੱਲੇ। ਕਿਉਂਕਿ ਭਾਈ ਜੱਸਾ ਸਿੰਘ ਜੀ ਕਹਿੰਦੇ ਹੁੰਦੇ, ਠੀਕ ਹੈ ਸਾਡੀ ਚੜ੍ਹਦੀ ਕਲਾ, ਅੰਮ੍ਰਿਤ ਛਕਿਆ ਗੁਰੂ ਕੇ ਸਿੰਘਾਂ। ਜਦੋਂ ਇਹਨਾਂ ਦਾ ਤਪ ਤੇਜ ਵਧਿਆ, ਆਪਣਾ ਵੀ ਦਰਬਾਰ ਲਾਇਆ, ਪਰ ਕਹਿੰਦੇ ਗੁਰੂ ਰਾਮਦਾਸ ਦੇ ਦਰ ਤੋਂ ਉੱਚਾ ਨਹੀਂ ਕਰਨਾ। ਹੇਠਾਂ ਥੱਲੇ ਖੂਹ ਪੱਟੇ, ਥੱਲੇ ਭੋਰੇ ਬਣਾਏ। ਉਵੇਂ ਆ ਸਾਰੇ ਨਕਸ਼ੇ, ਜਾ ਕੇ ਵੇਖਿਓ। ਦੁੱਖ ਇਸ ਗੱਲ ਦਾ, ਨਾ ਤਾਂ ਅਸੀਂ ਪੜ੍ਹਨਾ ਹੁੰਦਾ ਆਪਣਾ ਇਤਿਹਾਸ, ਨਾ ਅਸੀਂ ਵੇਖਣਾ ਹੈ। ਇੱਥੇ ਵਿਰੋਧ ਕਰਨ ਜੋਗੀਆਂ ਵੀ ਫਲਾਣਾ ਇਦਾਂ ਦਾ, ਫਲਾਣਾ ਇਦਾਂ ਦਾ। ਇਹਨਾਂ ਗੱਲਾਂ ਚੋਂ ਕੀ ਕੱਢੋਗੇ?
ਆ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਜਿਨ੍ਹਾਂ ਨੇ ਕੁਛ ਦੇਸ਼ ਦੇ ਭਲੇ ਲਈ ਕੀਤਾ। ਗੁਰਮੁਖੋ ਐਵੇਂ ਕੌਣ ਕਿਸੇ ਨੂੰ ਪੁੱਛਦਾ? ਭਾਈ ਜੱਸਾ ਸਿੰਘ ਜਿਹੜਾ ਅੰਮ੍ਰਿਤਸਰ ਵਿੱਚ ਕਿਲਾ ਹੈ ਨਾ ਇੱਕ, ਉਹ ਰਾਮ ਰੌਣੀ ਕਿਲਾ ਵੱਜਦਾ ਸੀ। ਜਲੰਧਰ ਦਾ ਸੂਬੇਦਾਰ ਫੌਜਾਂ ਲੈ ਕੇ ਆ ਗਿਆ ਤੇ ਭਾਈ ਜੱਸਾ ਸਿੰਘ ਵੀ ਉਸੇ ਫੌਜ 'ਚ ਸੀਗਾ। ਪਰ ਜਦੋਂ ਆ ਕੇ ਘੇਰਾ ਪਾ ਲਿਆ ਫੇਰ ਸੋਚਿਆ ਵੀ ਮੂਹਰੇ ਵੀ ਮੇਰੇ ਹੀ ਸਿੱਖ ਭਰਾ ਨੇ। ਠੀਕ ਹੈ, ਮਾੜਾ ਮੋਟਾ ਮਨ ਮੁਟਾਵ ਹੋ ਗਿਆ, ਮੈਂ ਜਲੰਧਰ ਦੇ ਸੂਬੇਦਾਰ ਦੀ ਫੌਜ 'ਚ ਰਲ ਗਿਆ, ਪਰ ਮੈਂ ਸਿੱਖਾਂ ਤੇ ਹਮਲਾ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਵਾਲਾ ਕੰਮ ਨਹੀਂ ਸੀ। ਅੱਜ ਸਿੱਖ ਹੀ ਸਿੱਖ ਨੂੰ ਮਾਰੀ ਜਾਂਦਾ। ਬਾਹਰਲਿਆਂ ਦਾ ਘੱਟ ਖਤਰਾ ਹੈ। ਸਾਡੇ ਵਿੱਚੋਂ ਪੈਦਾ ਹੋ ਕੇ ਗੁਰੂ ਦੇ ਨਾਂ ਤੇ ਖਾ ਖਾ ਕੇ ਹੁਣ ਗੁਰੂ ਦੀਆਂ ਹੀ ਜੜ੍ਹਾਂ 'ਚ ਦਾਤੀ ਪਾਉਣ ਲੱਗੇ ਹੋਏ ਆ ਕਈ ਗੁਰੂ। ਪਰ ਕੋਈ ਪਰਵਾਹ ਨਹੀਂ, ਇਹ ਜੇ ਬਹੁਤ ਆ ਤੁਰ ਗਏ। ਰੋਜ਼ ਪੜ੍ਹਦੇ ਹੋ ਨਾ, ਅੜੇ ਸੋ ਝੜੇ ਸ਼ਰਨ ਪਵੇ ਸੋ ਤਰੇ। ਇਹ ਬਚਨ ਸੱਚ ਹੀ ਰਹਿਣੇ ਆ। ਮੱਥਾ ਲਾਉਣ ਵਾਲਾ ਕੋਈ ਬਚਿਆ ਹੀ ਨਹੀਂ ਇੱਥੇ, ਤਾਂ ਮੱਥਾ ਟੇਕਣ ਵਾਲੇ ਹੀ ਬਚੇ ਆ ਗੁਰਮੁਖ। ਹੁਣ ਜੱਸਾ ਸਿੰਘ ਰਾਮਗੜੀਆ ਤੇ ਰਾਮ ਰੌਣੀ ਕਿਲੇ ਦੇ ਵਿੱਚ ਫੌਜਾਂ ਦਾ ਹੁੰਦਾ ਸੀ ਮੁਕਾਬਲਾ। ਫਿਰ ਦੋਵੇਂ ਧਿਰਾਂ ਸੋਚਦੀਆਂ ਸੀ ਵੀ ਸਿੱਖਾਂ ਨੂੰ ਸਿੱਖਾਂ ਨਾਲ ਕਿਉਂ ਲੜਾਉਣਾ। ਫਿਰ ਉੱਥੇ ਐਸੀ ਮਹਾਰਾਜ ਨੇ ਕਿਰਪਾ ਕੀਤੀ, ਦੋਵੇਂ ਧਿਰਾਂ ਵੱਲੋਂ ਸੁਲ੍ਹਾ ਹੋ ਗਈ। ਜੱਸਾ ਸਿੰਘ ਰਾਮਗੜੀਆ ਸਿੱਖ ਫੌਜਾਂ ਨਾਲ ਰਲ ਗਿਆ ਤੇ ਜਲੰਧਰ ਦੇ ਸੂਬੇਦਾਰ ਦੀ ਜਿਹੜੀ ਫੌਜ ਆਈ ਸੀ ਉਹਨੂੰ ਹਾਰ ਕੇ ਭੱਜਣਾ ਪਿਆ। ਫਿਰ ਉਦੋਂ ਪੰਥ ਖਾਲਸਾ ਦਲ ਨੇ ਇਹ ਮਤਾ ਕੀਤਾ ਸੀ ਕਿ ਇਹ ਜਿਹੜਾ ਕਿਲਾ ਹੈ ਇਹ ਭਾਈ ਜੱਸਾ ਸਿੰਘ ਨੂੰ ਦੇ ਦਿਓ। ਗੜ ਕਹਿੰਦੇ ਆ ਕਿਲੇ ਨੂੰ, ਰਾਮ ਰੌਣੀ ਇਲਾਕੇ ਦਾ ਨਾਂ ਸੀ, ਤਾਂ ਉਹਨੂੰ ਕਿਹਾ ਗਿਆ ਰਾਮਗੜੀਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਦੋਂ ਵੱਜਣ ਲੱਗੇ ਰਾਮਗੜੀਏ ਪਰਿਵਾਰ। ਬਹੁਤ ਵੱਡੀਆਂ ਕੁਰਬਾਨੀਆਂ ਗੁਰਮੁਖ ਪਿਆਰਿਓ। ਜਿੱਥੇ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿੱਚ ਆਪਾਂ ਜੁੜੇ ਆ, ਤੇ ਮੈਂ ਸਿੱਖ ਇਤਿਹਾਸ ਵਿੱਚੋਂ ਤੁਹਾਡੇ ਨਾਲ ਇੱਕ ਮਹਾਨ ਯੋਧੇ ਦਾ ਜ਼ਿਕਰ ਕਰਨਾ। ਉਹ ਤਾਂ ਹੈ ਕਿਉਂਕਿ ਹੁਣ ਵੀ ਲੋੜ ਹੈ ਜਾਗਣ ਦੀ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਆਮ ਲੋਕਾਂ ਨੂੰ ਵੀ ਜ਼ਗੀਰਦਾਰ ਬਣਾਇਆ ਸੀ। ਆ ਜਿਹੜੀ ਮਾਲਕੀਅਤ ਜ਼ਮੀਨਾਂ ਦੀ ਹੈ ਪਹਿਲਾਂ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਥੇਦਾਰੀਆਂ ਦਿੱਤੀਆਂ, ਆਮ ਲੋਕਾਂ ਨੂੰ ਜ਼ਗੀਰਦਾਰ ਬਣਾਇਆ। ਪਰ ਉਦੋਂ ਜਿਹੜੇ ਜ਼ਾਲਮ ਜ਼ੁਲਮ ਕਰਦੇ ਸੀ ਉਹਨਾਂ ਨੂੰ ਸੋਧਾ ਲਾਇਆ ਤੇ ਖਾਲਸਿਆਂ ਦੇ ਕਾਰ ਵਿਹਾਰ, ਉੱਚੀ ਸੁੱਚੀ ਸ਼ਖਸੀਅਤ ਤੋਂ ਦੁਨੀਆ ਪ੍ਰਭਾਵਿਤ ਹੋ ਕੇ ਗੁਰੂ ਕੇ ਸਿੰਘ ਸਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਸੰਗਤਾਂ ਅੰਮ੍ਰਿਤ ਛਕਦੀਆਂ। ਅੱਜ ਦੇ ਕਿਤੇ ਜਾਓ ਨਾ, ਅੰਮ੍ਰਿਤਸਰ ਤੋਂ 42 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਮਾੜੀ ਕੰਬੋਕੀ। ਉਹਨੂੰ ਮਾੜੀ ਕੰਬੋਕੀ ਆਖਿਆ ਜਾਂਦਾ ਹੈ। ਪਾਕਿਸਤਾਨ ਬਾਰਡਰ ਦੇ ਨੇੜੇ ਰਹਿ ਜਾਂਦਾ ਗੁਰੂ। ਉੱਥੇ ਸ੍ਰੀ ਲੱਦਾ ਜੀ ਤੇ ਉਹਨਾਂ ਦੇ ਘਰ ਵਾਲੀ ਬੀਬੀ ਹਰੋ ਮਿਸਤਰੀਆਂ ਪਰਿਵਾਰਾਂ ਚੋਂ ਇਹ ਰਹਿੰਦੇ ਸੀ। ਤੇ ਮਹਾਰਾਜ ਦੀ ਕਿਰਪਾ ਹੋਈ, ਬੀਬੀ ਹਰੋ ਦੀ ਕੁੱਖੋਂ ਭਾਈ ਲੱਦਾ ਜੀ ਦੇ ਘਰ ਮਾਘ ਦਾ ਮਹੀਨਾ 1707 ਈਸਵੀ ਦੇ ਵਿੱਚ ਇੱਕ ਪੁੱਤ ਪੈਦਾ ਹੋਇਆ ਤੇ ਘਰਦਿਆਂ ਨੇ ਉਹਦਾ ਨਾਮ ਰੱਖਤਾ ਸੁੱਖਾ। ਆ ਜਿਹੜਾ ਕਲਸੀ ਗੋਤ ਹੈ ਨਾ ਮਿਸਤਰੀ ਸਿੱਖਾਂ ਦਾ, ਇਹ ਕਲਸੀ ਗੋਤ ਸੀ ਇਹਨਾਂ ਦਾ। ਬੱਚੇ ਨੂੰ ਪਾਲਿਆ ਉਸ ਸਮੇਂ ਮੁਤਾਬਕ, ਥੋੜੀ ਬਹੁਤੀ ਜਿਹੇ ਜੇ ਸਾਧਨ ਸੀ, ਵਿਦਿਆ ਪੜ੍ਹਾਈ, ਘਰੇਲੂ ਕੀਤਾ, ਲੱਕੜੀ ਦਾ ਲੋਹੇ ਦਾ ਕੰਮ ਸਿਖਾਤਾ। ਤੇ ਜਦੋਂ ਥੋੜੀ ਜੀ ਸੁਰਤ ਸੰਭਲੀ, 14-15 ਸਾਲ ਦਾ ਹੋਇਆ ਨਾ ਭਾਈ ਸੁੱਖਾ, ਇਧਰੋਂ ਖਾਲਸੇ ਦੀ ਚੜ੍ਹਦੀ ਕਲਾ ਸੁਣ ਕੇ ਗੁਰੂ ਕਾ ਇਤਿਹਾਸ ਘਰਦਿਆਂ ਨੂੰ ਬਿਨਾਂ ਦੱਸੀ ਅੰਮ੍ਰਿਤ ਛਕਿਆ ਆਇਆ ਗੁਰੂ। ਉਦੋਂ ਨਾ ਸਿੱਖ ਬਹੁਤ ਘੱਟ ਸੀ ਗੁਰਮੁਖ, ਤੇ ਜਿਹੜੇ ਸੀ ਉਹਨਾਂ ਨੂੰ ਐਂ ਡਰ ਰਹਿੰਦਾ ਸੀ ਵੀ ਇਹ ਨਹੀਂ ਪਤਾ ਕਦੋਂ ਮੌਤ ਆ ਜੇ। ਐ ਸਮਝ ਲਓ ਸਿੱਖ ਬਣਨਾ ਮੌਤ ਨੂੰ ਜੱਫਾ ਪਾਉਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇਹ ਸੁੱਖਾ ਅੰਮ੍ਰਿਤ ਛਕ ਕੇ ਸੁੱਖਾ ਸਿੰਘ ਬਣ ਗਿਆ।
ਜਦੋਂ ਅੰਮ੍ਰਿਤ ਛਕ ਕੇ ਆਇਆ ਘਰ ਤੇ ਸਾਰੇ ਪਿੰਡ ਨੇ ਵਿਰੋਧ ਕੀਤਾ ਗੁਰੂ। ਕਹਿੰਦੇ ਇਹ ਕੀ ਕੀਤਾ? ਬੰਦਾ ਸਿੰਘ ਬਹਾਦਰ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਸ਼ਹੀਦ ਕੀਤਾ ਹੈ, ਸਿੱਖਾਂ ਨੂੰ ਤਾਂ ਘਰਾਂ ਚੋਂ ਫੜ ਫੜ ਕੇ ਮਾਰਦੇ ਆ। ਜੇ ਕਿਸੇ ਨੇ ਦੱਸਤਾ ਵੀ ਇਹ ਮਾੜੀ ਕੰਬੋ ਕੀ ਪਿੰਡ ਦਾ ਮੁੰਡਾ ਸੁੱਖਾ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ, ਸਾਰਾ ਪਿੰਡ ਮਰਵਾਓਗੇ ਤੁਸੀਂ। ਕਹਿੰਦੇ ਹਾਲਾਤ ਇਹ ਜੇ ਸੀ ਉਦੋਂ। ਗੱਡੇ ਭਰ ਭਰ ਸਿੱਖਾਂ ਦੇ ਸਿਰਾਂ ਦੇ ਲਿਜਾਂਦੇ ਹੁੰਦੇ, ਮੁੱਲ ਪੈਂਦਾ ਸੀ ਸਿੱਖਾਂ ਦੇ ਸਿਰਾਂ ਦਾ। ਉਹ ਤਾਂ ਸੀ ਵੀ ਸਿੱਖਾਂ ਦੀ ਤਾਕਤ ਨੂੰ ਦਬਾਇਆ ਜਾ ਸਕੇ। ਪਿਆਰਿਓ, ਸਾਰਾ ਪਿੰਡ ਗਿਆ ਫਿਰ ਭਾਈ ਲੱਧੇ ਦੇ ਘਰ। ਕਹਿੰਦੇ ਉਹ ਲੱਧਿਆ ਮਿਸਤਰੀਆ ਤੁਹਾਨੂੰ ਕੀ ਹੋ ਗਿਆ? ਆਪਦੇ ਮੁੰਡੇ ਨੂੰ ਸਮਝਾਓ, ਕਿਉਂ ਸਾਰੇ ਪਿੰਡ ਨੂੰ ਮਰਵਾਉਣਾ? ਤੇ ਸੁੱਖਾ ਸਿੰਘ ਕਹਿੰਦੇ ਵੀ ਮੈਂ ਇਹ ਜਿਹਾ ਕੀ ਗਲਤ ਕਰਤਾ? ਮੈਨੂੰ ਗੁਰੂ ਘਰ ਦੀ ਵਿਚਾਰ ਚੰਗੀ ਲੱਗੀ, ਮੈਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਉਹ ਕਹਿੰਦੇ ਨਹੀਂ, ਬਚ ਕੇ ਰਹਿ। ਲੈ ਪੜਿਓ ਫਿਰ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਘਰ ਦੇ ਵੀ ਕਹਿੰਦੇ ਕੀ ਤੂੰ ਪੁੱਤਰਾ ਕਰਿਆ, ਨਾ ਤੂੰ ਸਮੇਂ ਭੈੜੇ ਤੋਂ ਡਰਿਆ। ਪਾ ਕੇ ਉੱਤੋਂ ਦੀ ਕਿਰਪਾਨ, ਸਿਰ ਤੇ ਬੰਨ ਲਈ ਪੱਗ ਸੁਨਹਿਰੀ। ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਸਮਝਾਇਆ ਘਰਦਿਆਂ ਨੇ। ਸੁੱਖਾ ਸਿੰਘ ਕਹਿੰਦਾ ਨਾ ਤਾਂ ਮੈਂ ਲਾਹਾਂ ਗਾਤਰੇ ਕਿਰਪਾਨ। ਕਹਿੰਦੇ ਫਿਰ ਐ ਕਰ ਕੇਸ ਕਟਾ ਦੇ, ਕਿਰਪਾਨ ਥੱਲੇ ਦੀ ਪਾ ਲਿਆ ਕਰ। ਕਹਿੰਦਾ ਨਹੀਂ ਕਟਾਉਣੇ। ਫਿਰ ਸਾਰੇ ਪਿੰਡ ਨੇ ਵਿਰੋਧ ਕੀਤਾ, ਘਰ ਦੇ ਡਰ ਗਏ। ਪਤਾ ਕੀ ਕੀਤਾ? ਕਹਿੰਦੇ ਪਕੌੜੇ ਬਣਾ ਲਏ। ਪਕੌੜੇ ਵਿੱਚ ਪਾਤਾ ਸੁੱਖਾ। ਸੁੱਖੇ ਵਾਲੇ ਪਕੌੜੇ ਖਵਾ ਕੇ ਨਾ ਮੁੰਡੇ ਨੂੰ ਪਾਤਾ। ਜਦੋਂ ਰਾਤ ਨੂੰ ਪਏ ਤੇ ਸੁੱਤੇ ਪਏ ਦੇ ਕੇਸ ਕੱਟਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਵੀ ਸਮਾਂ ਆਇਆ। ਪਰ ਜਿਹੜਾ ਅੰਮ੍ਰਿਤ ਛਕਿਆ ਸੀ ਉਹਦਾ ਜਜ਼ਬਾ ਇਹੋ ਜਿਹਾ ਜਾਗਿਆ। ਸਵੇਰੇ ਜਦੋਂ ਉੱਠਿਆ ਸੁੱਖਾ ਸਿਓ, ਦੇਖਿਆ ਵੀ ਮੇਰੇ ਕੇਸ ਕੱਟਤੇ। ਘਰੋਂ ਨਿਕਲਿਆ, ਪਿੰਡ ਦੇ ਵਿਚਾਲੇ ਖੂਹ ਸੀ ਤੇ ਜਾ ਕੇ ਖੂਹ 'ਚ ਛਾਲ ਮਾਰੀ। ਗੁਰੂ ਦੇਖੋ, ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਐਵੇਂ ਨਾ ਕਿਹਾ ਕਰੋ ਵੀ ਸਾਡਾ ਵਿਆਹ ਸੀ, ਅਸੀਂ ਨਸ਼ੇ ਤਾਂ ਚਲਾ ਲਏ, ਫਲਾਣਾ ਰਿਸ਼ਤੇਦਾਰ ਉਸਦਾ ਸੀ। ਮਹਾਰਾਜ ਤਾਂ ਕਹਿੰਦੇ ਮੈਂ ਇਹੋ ਜਿਹਾ ਸਿੱਖ ਬਣਾਉਣਾ ਵੀ 1.25 ਲੱਖ ਸੇ ਏਕ ਲੜਾਊਂ। ਤੇ ਤੁਸੀਂ ਇੱਕ ਬੰਦੇ ਪਿੱਛੇ ਆਪਣਾ ਦੀਨ ਧਰਮ ਕਿਉਂ ਛੱਡਦੇ ਹੋ ਭਾਈ? ਸਮਝੋ ਕੁਛ। ਸੁੱਖਾ ਸਿੰਘ ਦੇ ਜਦੋਂ ਕੱਟੇ ਕੇਸ ਪਰਿਵਾਰ ਨੇ ਸੁੱਤੇ ਪਏ ਦੇ, ਤੇ ਦੂਜੇ ਦਿਨ ਸਵੇਰੇ ਉੱਠਿਆ, ਇੰਨਾ ਦੁੱਖ ਲੱਗਿਆ। ਕਹਿੰਦਾ ਧਰਮ ਤੋਂ ਮੈਨੂੰ ਤੋੜ ਦਿਓ, ਮੈਂ ਜਿਉਂਦਾ ਹੀ ਨਹੀਂ ਰਹਿਣਾ। ਜਾ ਕੇ ਖੂਹ 'ਚ ਛਾਲ ਮਾਰੀ। ਗੁਰੂ ਇਹ ਹੈ ਸਿੱਖੀ ਨਾਲ ਪਿਆਰ। ਆਪਣੇ ਵਾਲਾ ਕੰਮ ਨਹੀਂ ਸੀ ਚੌੜੇ ਹੋ ਕੇ ਆਪ ਹੀ ਕੇਸ ਕਟਾਈ ਜਾਂਦੇ ਆ। ਘਰਾਂ 'ਚ ਤੁਹਾਡੇ ਕੱਟੇ ਕੱਟੀਆਂ ਹੈਗੇ ਆ ਨਾ, ਛੇਤੀ ਛੇਤੀ ਤਾਂ ਉਹ ਨਹੀਂ ਕੈਂਚੀ ਲਵਾਉਂਦੇ। ਭੇਡ ਨੂੰ ਵੀ ਮੁੰਨਣਾ ਹੋਵੇ ਮਸਾਂ ਵਾਲ ਕਟਾਉਂਦੀ ਆ ਆਪਣੇ, ਤੇ ਆਪਾਂ ਕਿੱਧਰ ਤੁਰੇ ਫਿਰਦੇ ਆ ਗੁਰੂ। ਤਾਂ ਹੀ ਫਿਰ ਸਾਡੀ ਕਦਰ ਨਹੀਂ ਪੈਂਦੀ ਗੁਰੂ। ਆ ਹਾਲ ਦੇਸ਼ ਦਾ ਤਾਂ ਹੋਇਆ ਅਸੀਂ ਗੁਰਮਰਿਆਦਾ ਨਾ ਸਮਝੀ। ਹੁਣ ਸੁਣੋ, ਸੁੱਖਾ ਸਿੰਘ ਕਹਿੰਦਾ
ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ। ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਕੰਮ ਨਾ ਗੁਰਾਂ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ। ਉਸ ਕਲੰਗੀਆਂ ਵਾਲੇ ਉੱਤੋਂ ਜੀ ਮੈਂ ਚਾਹੁੰਨਾ ਜਿੰਦੜੀ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ। ਉਸ ਕਲਗੀਆਂ ਵਾਲੇ ਉੱਤੋਂ ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ। ਉਸ ਕਲਗੀਆਂ ਵਾਲੇ ਉੱਤੋਂ ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ, ਮੈਂ ਚਾਹੁੰਨਾ ਜਿੰਦੜੀ ਵਾਰ ਦਿਆਂ। ਕਹਿੰਦਾ ਫਿਰ ਜੇ ਮੈਨੂੰ ਸਿੱਖੀ ਸਿਧਾਂਤਾਂ ਤੋਂ ਤੋੜ ਦਿਓ, ਮੈਂ ਸਰੀਰ ਨੂੰ ਰੱਖ ਕੇ ਲੈਣਾ ਕੀ ਹੈ। ਬਥੇਰੇ ਰੱਸੇ ਸਿੱਟੇ, ਕਹਿੰਦੇ ਬਾਹਰ ਆ ਜਾ, ਕਿਉਂ ਮਰਦਾ ਹੈ? ਕਹਿੰਦਾ ਮੈਂ ਨਹੀਂ ਆਉਣਾ, ਮਰੇ ਹੀ ਚੰਗਾ। ਉਹ ਕੁਦਰਤ ਤੋਂ ਹੀ ਨਾ ਉੱਥੋਂ ਦੀ ਸਿੰਘਾਂ ਦਾ ਇੱਕ ਜਥਾ ਜਾ ਰਿਹਾ ਸੀ। ਜਥੇਦਾਰ ਸਨ ਸ਼ਾਮ ਸਿੰਘ ਕਰੋੜੀਆ ਗੁਰਮੁਖ। ਉਹ ਕਹਿੰਦੇ ਕੀ ਗੱਲ ਹੋ ਗਈ ਭਾਈ, ਪਿੰਡ ਵਾਲੇ ਇਕੱਠੇ ਹੋਏ ਖੜੇ ਆ। ਫਿਰ ਦੱਸਿਆ, ਕਹਿੰਦੇ ਜੀ ਆ ਮਿਸਤਰੀਆਂ ਦਾ ਮੁੰਡਾ ਹੈ, ਅੰਮ੍ਰਿਤ ਛਕ ਆਇਆ ਸੀ ਤੇ ਅਸੀਂ ਡਰਦੇ ਸੀ ਵੀ ਕਿਤੇ ਪਿੰਡ ਨੂੰ ਨੁਕਸਾਨ ਨਾ ਪਹੁੰਚੇ। ਇਹਦੇ ਕੇਸ ਕੱਟਤੇ ਤੇ ਕਹਿੰਦਾ ਮੈਂ ਤਾਂ ਜਿਉਣਾ ਹੀ ਨਹੀਂ, ਖੂਹ 'ਚ ਛਾਲ ਮਾਰ ਗਿਆ। ਹੁਣੇ ਬਾਹਰ ਵੀ ਨਹੀਂ ਨਿਕਲਦਾ ਸੀ, ਰੱਸੇ ਲਮਕਾਈ ਬੈਠੇ ਆ, ਫੜਦਾ ਹੀ ਨਹੀਂ ਰੱਸਾ। ਤੇ ਬਾਬਾ ਸ਼ਾਮ ਸਿੰਘ ਕਰੋੜੀਆ ਜੀ ਕਹਿੰਦੇ ਮੈਨੂੰ ਗੱਲ ਕਰਨ ਦਿਓ। ਖੂਹ ਦੇ ਨੇੜੇ ਹੋਏ, ਕਹਿੰਦੇ ਕਾਕਾ ਜੇ ਸਿੱਖੀ ਨਾਲ ਇੰਨਾ ਹੀ ਪਿਆਰ ਹੈ, ਆਤਮ ਹੱਤਿਆ ਕਰਕੇ ਨਹੀਂ ਗੱਲ ਬਣਨੀ। ਕਹਿੰਦੇ ਐ ਨਹੀਂ ਮਰਨਾ ਚਾਹੀਦਾ, ਆ ਜਾ ਬਾਹਰ ਆ ਜਾ, ਜੇ ਘਰਦਿਆਂ ਨਾਲ ਨਹੀਂ ਰਹਿਣਾ ਸਾਡੇ ਨਾਲ ਰਹਿ ਲਾ, ਆ ਜਾ ਤੈਨੂੰ ਖਾਲਸੇ ਪੰਥ ਸ਼ਾਮਲ ਕਰੀਏ। ਜੇ ਮਰਨਾ ਹੀ ਹੈ, ਐਦਾਂ ਮਰਨ ਨਾਲੋਂ ਤਾਂ ਜ਼ੁਲਮ ਨੂੰ ਰੋਕਦਾ ਹੋਇਆ ਕੁਰਬਾਨੀ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਚੜ ਗਿਆ ਚਾਹ, ਕਹਿੰਦਾ ਜੇ ਗੁਰੂ ਦੇ ਸਿੰਘ ਦੇ ਬਚਨ ਹੈ ਮੈਂ ਹੁਣ ਬਾਹਰ ਆਉਂਗਾ। ਫਿਰ ਬਾਹਰ ਕੱਢ ਲਿਆ। ਉੱਥੋਂ ਹੀ ਫਿਰ ਖੇਤਾਂ ਚੋਂ ਕਿਸੇ ਦੀ ਘੋੜੀ ਫੜ ਕੇ ਇਹਨੂੰ ਦੇਤੀ ਤੇ ਜਥੇ 'ਚ ਜਾ ਰਲਿਆ। ਗੁਰੂ ਜਥੇ 'ਚ ਰਲ ਕੇ ਘੋੜ ਸਵਾਰੀ ਸਿੱਖੀ, ਹਥਿਆਰ ਚਲਾਉਣੇ ਸਿੱਖ ਲਏ। ਤੇ ਉਹ ਰਾਜਸਥਾਨ ਬੀਕਾਨੇਰ ਜਿੱਥੇ ਬੁੱਢਾ ਜਹੜ ਗੁਰਦੁਆਰਾ ਸਾਹਿਬ ਬਣਿਆ ਨਾ, ਉੱਥੇ ਰਹਿੰਦੇ ਹੁੰਦੇ, ਕਿਉਂਕਿ ਉਦੋਂ ਹਾਲਾਤ ਇਹੋ ਜਿਹੇ ਬਣ ਗਏ ਸੀ। ਜ਼ਕਰੀਆ ਖਾਨ ਕਹਿੰਦਾ ਸੀ ਵੀ ਸਿੱਖਾਂ ਨੂੰ ਜਿਉਂਦੇ ਛੱਡਣਾ ਹੀ ਨਹੀਂ। ਘਰਾਂ ਦੇ ਵਿੱਚੋਂ ਸਿੱਖ ਬੀਬੀਆਂ ਨੂੰ ਚੱਕ ਕੇ ਲੈ ਗਏ, ਦੁੱਧੀਆਂ ਵਿੱਚੋਂ ਦੀ ਗਰਮ ਕਰ ਕਰਕੇ ਲੋਹੇ ਦੇ ਸਰੀਏ ਟਪਾਤੇ, ਬੱਚੇ ਮਾਰਤੇ, ਗੁਰਮੁਖੋ ਸ਼ਹੀਦ ਕਰਤੇ ਟੋਟੇ ਟੋਟੇ ਕਰਕੇ। ਕਹਿੰਦੇ ਜੇ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਊ ਉਹਨੂੰ ਇਨਾਮ ਦੇਵਾਂਗੇ। 1 ਟਕਾ ਮਿਲਦਾ ਇੱਕ ਸਿਰ ਦਾ। ਕਿਸੇ ਨੂੰ ਮੁਰਗਾ ਦੇ ਦਿੰਦੇ ਤੇ ਲਾਲਚੀ ਲੋਕ ਪੈਦਾ ਹੋਏ। ਸਰਕਾਰ ਨੇ ਕਾਨੂੰਨ ਬਣਾਤਾ ਵੀ ਜਿਹੜਾ ਕਿਸੇ ਸਿੱਖ ਨੂੰ ਮਾਰੂਗਾ ਉਹਦੇ ਤੇ ਕੋਈ ਮੁਕੱਦਮਾ ਨਹੀਂ। ਤੇ ਇਹਦੇ ਨਾਲ ਫਿਰ ਗਦਾਰਾਂ 'ਚ ਵਾਧਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿ ਜਦੋਂ ਸਰਕਾਰ ਦੀ ਸਹਿ ਮਿਲ ਗਈ, ਜਿਹੜੇ ਅਸਲੀ ਸਿੱਖ ਸੀ ਉਹਨਾਂ ਨੂੰ ਤਾਂ ਮਾਰਿਆ ਹੀ ਮਾਰਿਆ। ਕਈ ਕੁੜੀਆਂ ਕੇਸਾਧਾਰੀ ਹੁੰਦੀਆਂ, ਉਹਨਾਂ ਦੇ ਸਿਰ ਵੱਢ ਵੱਢ ਕੇ ਲੈ ਜਾਂਦੇ। ਕਹਿੰਦੇ ਸਿੱਖਾਂ ਦੇ ਮੁੰਡੇ ਦਾ ਸਿਰ ਲਿਆਂਦਾ, 1-1 ਟਕੇ ਪਿੱਛੇ ਆਹ ਕਤਲੇਆਮ ਹੋਇਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੁਛ ਸਿੱਖ ਉਹ ਸੀ
ਜਿਹੜੇ ਜ਼ਾਲਮਾਂ ਦਾ ਮੁਕਾਬਲਾ ਕਰਦੇ, ਕਈ ਮੁਕਾਬਲਾ ਕਰਨ ਜੋਗੇ ਨਹੀਂ ਸੀ, ਉਹ ਫਿਰ ਜੰਗਲਾਂ 'ਚ ਛੁਪ ਕੇ ਰਹਿੰਦੇ ਸੀ। ਅੱਜ ਜਦੋਂ ਜਾਂਦੇ ਹੋ ਮਜੀਠਾ ਪਿੰਡ, ਇੱਥੋਂ ਦਾ ਇੱਕ ਹਰ ਭਗਤ ਨਿਰੰਜਨੀਆ ਹੋਇਆ, ਜਿਹੜਾ ਸਰਕਾਰ ਦਾ ਟੌਟ ਸੀ, ਜੰਡਿਆਲੇ ਰਹਿੰਦਾ ਹੁੰਦਾ। ਇਹ ਸਰਕਾਰ ਨੂੰ ਸਿੱਖਾਂ ਬਾਰੇ ਦੱਸਦਾ ਰਹਿੰਦਾ ਵੀ ਫਲਾਣੇ ਥਾਂ ਸਿੱਖ ਹੈ, ਫਲਾਣੇ ਥਾਂ ਸਿੱਖ ਹੈ। ਤਾਰੂ ਸਿੰਘ ਦੀ ਸ਼ਹੀਦੀ ਇਹਦੇ ਕਰਕੇ ਹੋਈ ਸੀ ਗੁਰੂ। ਇੱਕ ਉਸ ਵੇਲੇ ਆ ਜਦੋਂ ਜਾਈਏ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਵੱਲ ਨੂੰ, ਇਹਦੇ ਨਸ਼ਹਿਰਾ ਪੰਨੂਆਂ ਦੇ ਵਿੱਚੋਂ ਵੀ ਇੱਕ ਇੱਦਾਂ ਦਾ ਸੀਗਾ ਜਿਹੜਾ ਸਰਕਾਰੀ ਟੌਟ ਸੀ। ਤੇ ਮੰਢਾਲੀ ਪਿੰਡ ਦਾ ਹੋਇਆ ਮੱਸਾ ਰੰਗੜ ਗੁਰੂ, ਉਹ ਵੀ ਸਰਕਾਰ ਨੂੰ ਸਿੱਖਾਂ ਦੇ ਵਿਰੁੱਧ ਬੋਲਦਾ ਰਹਿੰਦਾ। ਤੇ ਇਹਨੂੰ ਅੰਮ੍ਰਿਤਸਰ ਦਾ ਇੰਚਾਰਜ ਲਾਤਾ। ਸਰਕਲ ਸੀ, ਜਿਵੇਂ ਸਰਕਲ ਬਣਦੇ ਆ ਨਾ ਡੋਡੀ ਪਿੰਡਾਂ 'ਚ, ਅੰਮ੍ਰਿਤਸਰ ਸਰਕਲ ਦਾ ਇੰਚਾਰਜ ਲਾਤਾ ਇਹਨੇ। ਸਰੋਵਰ ਪੂਰੇ ਹਰਮੰਦਰ ਸਾਹਿਬ ਦੇ ਵਿੱਚੋਂ ਬੀੜਾਂ ਚਕਾਤੀਆਂ, ਕਥਾ ਕੀਰਤਨ ਬੰਦ ਕਰਾ ਕੇ ਉੱਥੇ ਜਿੱਥੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾ, ਉੱਥੇ ਪਲੰਘ ਢਾ ਕੇ ਬਹਿ ਗਿਆ। ਉੱਥੇ ਹੁੱਕਾ ਪੀਆ ਕਰੇ। ਅੰਮ੍ਰਿਤ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰ ਪੀਣ ਲੱਗ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਬੇਅਦਬੀ ਹੋਈ ਗੁਰਮੁਖ। ਜਿੱਥੇ ਸ਼ਰਾਬ ਕਬਾਬ ਚੱਲਦਾ ਸੀ, ਕਹਿੰਦਾ ਹੁਣ ਨੱਚਣ ਗਾਉਣ ਵਾਲੀਆਂ ਵੀ ਲਿਆਓ, ਉੱਥੇ ਨਾਚ ਗਾਣਾ ਸ਼ੁਰੂ ਕਰਾਤਾ। ਹੁਣ ਸਿੱਖਾਂ ਦਾ ਉਦੋਂ ਬੋਲਬਾਲਾ ਖਤਮ ਕਰਤਾ ਸੀ ਸਰਕਾਰ ਨੇ। ਫਿਰ ਇੱਕ ਭਾਈ ਬਲਾਕਾ ਸਿੰਘ ਜਥੇਦਾਰ ਹੋਇਆ, ਉਹ ਜਦੋਂ ਗਿਆ ਅੰਮ੍ਰਿਤਸਰ, ਵੇਖਿਆ ਹਾਲ, ਨੱਚਣ ਵਾਲੀ ਨੱਚੀ ਜਾਵੇ ਜਿੱਥੇ ਸੰਗਤ ਮੱਥੇ ਟੇਕਦੀ ਹੁੰਦੀ ਸੀ, ਮੀਟ ਸ਼ਰਾਬ ਚੱਲੇ, ਮੱਸਾ ਰੰਗੜ ਪਲੰਘ ਤੇ ਚੌੜਾ ਹੋਇਆ ਬੈਠਾ ਹੈ, ਮਾੜੇ ਕਰਮ ਹੁੰਦੇ ਸੀ। ਇਹ ਹੁਣ ਉੱਥੇ ਮੁਕਾਬਲਾ ਤਾਂ ਨਹੀਂ ਸੀ ਕਰ ਸਕਦਾ ਕੱਲਾ, ਪਰ ਇਹਨੇ ਆਵਾਜ਼ ਉਠਾਈ, ਚੱਲ ਕੇ ਜਾ ਪਹੁੰਚਿਆ ਬੀਕਾਨੇਰ ਦੇ ਜੰਗਲਾਂ 'ਚ। ਉੱਥੇ ਫਿਰ ਜਿਹੜੇ ਸਿੰਘ ਇਕੱਠੇ ਹੋਏ, ਇਹਨਾਂ ਨੂੰ ਮਿਲੇ ਨਾ, ਜਥੇਦਾਰ ਬਾਬਾ ਬੁੱਧ ਸਿੰਘ ਸੀ ਉੱਥੇ। ਉਹਨਾਂ ਨੂੰ ਜਾ ਕੇ ਕਿਹਾ ਵੀ ਜਥੇਦਾਰ ਜੀ, ਸਿੰਘੋ ਗੁਰੂ ਕਿਓ, ਖਾਲਸਿਓ, ਠੀਕ ਹੈ ਤੁਸੀਂ ਇੱਥੇ ਆਪਣਾ ਸਮਾਂ ਬਿਤਾਈ ਜਾਂਦੇ ਹੋ, ਪਰ ਜਿਹੜਾ ਸਿਫਤੀ ਦਾ ਘਰ, ਸਿੱਖੀ ਦੀ ਜੜ ਹੈ ਅੰਮ੍ਰਿਤਸਰ ਸਾਹਿਬ, ਉੱਥੇ ਤਾਂ ਬੇਅਦਬੀ ਹੋਈ ਜਾਂਦੀ ਹੈ। ਆਹ ਹਾਲਾਤ ਬਣ ਗਏ, ਕੁਛ ਕਰੋ ਜੇ ਕਰ ਸਕਦੇ ਹੋ ਤਾਂ। ਫਿਰ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਵੀ ਇਦਾਂ ਇਦਾਂ ਕੁਛ ਹੁੰਦਾ। ਜਿਉਂ-ਜਿਉਂ ਦੱਸਦਾ ਗਿਆ ਬਲਾਕਾ ਸਿੰਘ, ਤੇ ਸਿੰਘਾਂ ਨੂੰ ਰੋਸ਼ ਚੜਦਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੜਦਾ ਵੀ ਕਿਉਂ ਨਾ, ਜਬੈ ਬਾਣ ਲੱਗਿਓ ਤਬੈ ਰੋਸ਼ ਜਾਗਿਓ। ਉਹੀ ਥੋੜੀ ਸੀ ਵੀ ਕਿਸੇ ਨੂੰ ਲੁੱਟਦੇ ਸੀ। ਫਿਰ ਜਥੇਦਾਰ ਜੀ ਕਹਿੰਦੇ, ਭਾਈ ਕੋਈ ਸਿੱਖ ਉਠੋ ਜਿਹੜਾ ਇਸ ਬੇਅਦਬੀ ਨੂੰ ਰੋਕ ਸਕਦਾ ਹੈ, ਉਹ ਜਾਇਓ ਜਿਹਨੂੰ ਜਾਨ ਪਿਆਰੀ ਨਹੀਂ ਹੈਗੀ, ਕਿਉਂਕਿ ਅੱਗੇ ਪਹਿਰੇ ਲੱਗੇ ਹੋਏ ਫੌਜ ਦੇ, ਥਾਂ ਥਾਂ ਪੁਲਿਸੀਏ। ਤੇ ਉਸ ਵੇਲੇ ਭਾਈ ਸੁੱਖਾ ਸਿੰਘ ਮਿਸਤਰੀ ਪਰਿਵਾਰਾਂ ਚੋਂ ਹੀ ਸੀ, ਕਲਸੀ ਗੋਤ, ਛਾਲ ਮਾਰ ਕੇ ਖੜੇ ਹੋ ਗਏ। ਨਾਲ ਇਹਨਾਂ ਦੇ ਮਹਿਤਾਬ ਸਿੰਘ, ਪਿਆਰ ਬੜਾ ਸੀ ਦੋਨਾਂ ਦਾ, ਇਹ ਵੀ ਖੜੇ ਹੋ ਗਏ। ਕਹਿੰਦੇ ਅਸੀਂ ਜਾਣੇ ਆ ਜਥੇਦਾਰ ਜੀ, ਜਾਂ ਤਾਂ ਜਿਉਂਦੇ ਵਾਪਸ ਨਹੀਂ ਆਉਂਦੇ, ਤੇ ਜੇ ਆਏ ਤਾਂ ਉਹ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਲਾ ਕੇ ਲਿਆਵਾਂਗੇ। ਆਖੋ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਪਣੇ ਵਾਲਾ ਕੰਮ ਨਹੀਂ ਸੀ ਵੀ ਜਿਹੜਾ ਕੋਈ ਆਹ ਕੰਮ ਕਰੂ ਉਹਨੂੰ ਇਨਾਮ ਦੇਾਂਗੇ। ਲਾਲਚ ਪਿੱਛੇ ਥੋੜੀ ਹੁੰਦੇ ਆ ਕੰਮ ਗੁਰੂ। ਇਹ ਤਾਂ ਲੈ ਪੜ੍ਹ ਹੀ ਲਿਓ, ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ
ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ, ਅਮਲ ਕਮਾਉਣਾ ਪੈਂਦਾ ਏ। ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਗੱਲ ਪੜਨ ਸੁਣਨ ਨਾਲ ਨਹੀਂ ਬਣਦੀ ਭਾਈ, ਅਮਲ ਕਮਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਤਲੀ ਟਿਕਾਉਣਾ ਪੈਂਦਾ ਏ। ਐਸਾ ਜੋਸ਼ ਚੜਿਆ, ਅਰਦਾਸ ਕਰਕੇ ਜਥੇਦਾਰ ਜੀ ਤੋਂ ਆਗਿਆ ਲੈ ਕੇ ਤੁਰ ਪਏ। ਲਾਈ ਘੋੜੇ ਨੂੰ ਅੱਡੀ, ਆ ਗਏ ਅੰਮ੍ਰਿਤਸਰ ਗੁਰੂ। ਫਿਰ ਸੋਚਦੇ ਆ ਵੀ ਜਾਈਏ ਕੀ। ਫਿਰ ਆਮ ਪਿੰਡਾਂ ਵਾਲਿਆਂ ਵਾਂਗੂ ਸਾਦੇ ਕੱਪੜੇ ਪਾ ਲਏ ਗੁਰੂ। ਮਿੱਟੀ ਘੱਟੇ ਦੇ ਲਿਬੜੇ, ਐ ਲੱਗਣ ਵੀ ਇਹ ਤਾਂ ਕੋਈ ਖੇਤਾਂ ਵਾਲਾ ਆਮ ਜ਼ਿਮੀਂਦਾਰ ਹੈ। ਬੋਰੀਆਂ ਲਈਆਂ, ਠੀਕਰੀਆਂ ਰੋੜੇ ਇਕੱਠੇ ਕਰ ਕਰਕੇ 2 ਭਰ ਲੀਆਂ ਬੋਰੀਆਂ ਗੁਰੂ। ਦੋਨੇ ਜਾਣੇ ਪਹੁੰਚ ਗਏ ਅੰਮ੍ਰਿਤਸਰ। ਜਦੋਂ ਲੱਗੇ ਦਰਬਾਰ ਸਾਹਿਬ ਦੇ ਗੇਟ ਤੋਂ ਅੰਦਰ ਹੋਣ, ਸਿਪਾਹੀ ਕਹਿੰਦੇ ਹੋ ਕੌਣ ਹੋ ਤੁਸੀਂ, ਕਿੱਥੇ ਚੱਲੇ ਹੋ? ਇਹ ਕਹਿੰਦੇ ਅਸੀਂ ਜ਼ਿਮੀਂਦਾਰਾਂ ਇਲਾਕੇ ਦੇ ਨੰਬਰਦਾਰ, ਅਸੀਂ ਜਿਹੜਾ ਫਸਲਾਂ ਦਾ ਮਾਮਲਾ ਭਰਨਾ ਹੈ ਨਾ ਹਾਲਾ, ਉਹ ਦੇਣ ਚੱਲੇ ਆ ਮੱਸੇ ਨੂੰ, ਚੌਧਰੀ ਜੀ ਨੂੰ ਦੇਣ ਚੱਲੇ ਆ। ਕਹਿੰਦੇ ਆਹ ਕੀ ਆ ਤੁਹਾਡੇ ਕੋਲੇ ਬੋਰੀਆਂ 'ਚ? ਕਹਿੰਦੇ ਮਾਇਆ ਹੈ, ਦੇਖ ਲਓ। ਤੇ ਮਹਾਰਾਜ ਨੇ ਵੀ ਐਸੀ ਖੇਡ ਵਰਤਾਈ। ਸਿਪਾਹੀ ਕਹਿੰਦੇ ਲੰਘ ਜਾਓ, ਚੰਗਾ ਜਾਇਓ। ਬਿਉਂਤ ਬਣਾਈ ਹੋਈ ਸੀ। ਜਦੋਂ ਜਾਣਿਓ ਐ ਦਰਸ਼ਨੀ ਡਿਊਟੀ ਕੋਲੇ ਬੇਰੀ ਹੈ ਨਾ, ਉਹਨੂੰ ਕਹਿੰਦੇ ਆ ਲਾਚੀ ਬੇਰ। ਉੱਥੇ ਤਾਂ ਘੋੜੇ ਬੰਨ ਤੇ ਦੋਨਾਂ ਨੇ ਗੁਰੂ ਤੇ ਮਨ ਹੀ ਮਨ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੀ ਪਵਿੱਤਰ ਨਗਰੀ ਦੀ ਹੋ ਰਹੀ ਬੇਅਦਬੀ ਦਾ ਬਦਲਾ ਲੈਣ ਚੱਲੇ, ਅੰਗ ਸੰਗ ਹੋ ਕੇ ਸਹਾਇਤਾ ਕਰਿਓ। ਦੋਨੇ ਸੂਰਮੇ ਗਏ। ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਚੋਲੇ ਹੇਠਾਂ ਦੀ ਕਰ ਲੇ। ਜਦੋਂ ਗਏ ਨਾ, ਤਲਵਾਰਾਂ ਕੋਲੇ ਸੀਗੀਆਂ। ਮੱਸਾ ਰੰਗੜ ਸ਼ਰਾਬ ਦਾ ਰੱਜਿਆ, ਨਾਲ ਹੀ ਹੁੱਕਾ ਪੀ ਜਾਵੇ ਤੇ ਨੱਚਣ ਵਾਲੀ ਮੂਹਰੇ ਨੱਚੀ ਜਾਵੇ। ਇਹਨਾਂ ਨੇ ਜਾ ਕੇ ਜਿਹੜੀਆਂ ਬੋਰੀਆਂ ਸੀ ਨਾ, ਮੇਨ ਪਹਿਰੇਦਾਰ ਨੂੰ ਕਹਿੰਦੇ ਹਾਲਾ ਦੇਣ ਆਏ ਆ। ਮੱਸਾ ਰੰਗੜ ਕਹਿੰਦਾ ਲਿਆਓ ਦਿਖਾਓ ਕੀ ਆ। ਬੋਰੀ ਇਹੋ ਜਿਹੇ ਹਿਸਾਬ ਨਾਲ ਚਲਾ ਕੇ ਮਾਰੀ, ਜਿਹੜੇ ਪਲੰਗ ਤੇ ਬੈਠਾ ਸੀ ਨਾ ਉਹਦੇ ਥੱਲੇ ਵੜ ਗਈ ਬੋਰੀ। ਜਦੋਂ ਮੱਸਾ ਐ ਦੇਖ ਕੇ ਥੋੜਾ ਜਿਹਾ ਝਾਕਣ ਲੱਗਿਆ ਥੱਲੇ, ਬਸ ਫਿਰ ਸੁੱਖਾ ਸਿੰਘ ਨੇ ਕੀਤਾ ਤਲਵਾਰ ਦਾ ਵਾਰ, ਇੱਕੇ ਨਾਲ ਹੀ ਝਟਕਾਤਾ ਗੁਰੂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਦੋਂ ਬੱਕਰੇ ਵਾਂਗੂ ਲਾਹ ਸਿੱਟੀ ਧੌਣ ਤੇ ਵਰਸੇ ਦੇ ਵਿੱਚ ਟੰਗ ਕੇ ਨਾ ਉਹ ਸਿਰ ਫਿਰ ਗੱਡ ਕੇ ਨੇਜੇ ਦੇ ਵਿੱਚ ਸਿਰ, ਭੱਜ ਕੇ ਘੋੜਿਆਂ ਤੇ ਚੜ ਗਏ। ਜਦੋਂ ਨੂੰ ਰੌਲਾ ਪਿਆ ਵੀ ਕੀ ਹੋਇਆ, ਉਦੋਂ ਨੂੰ ਤਾਂ ਲੰਘ ਗਏ ਉਹ ਸਾਰਾ ਏਰੀਆ। ਕਿਉਂ? ਬਿਉਂਤ ਬਣਾਈ ਸੀ। ਤੇ ਉਦੋਂ ਕਿਹੜਾ ਸਪੀਕਰ ਲੱਗੇ ਹੋਏ ਸੀ, ਵੈਸੇ ਹੀ ਹੁੰਦਾ ਸੀ ਸਿੰਪਲ। ਜਦੋਂ ਨੂੰ ਰੌਲਾ ਪਿਆ ਵੀ ਕੀ ਹੋ ਗਿਆ ਕੀ ਹੋ ਗਿਆ, ਉਦੋਂ ਨੂੰ ਸੂਰਮੇ
ਸਾਧ ਸੰਗਤ ਜੀ ਲਾਈਆਂ ਘੋੜਿਆਂ ਨੂੰ ਅੱਡੀਆਂ, ਉਹ ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ। ਰੌਲਾ ਪੈ ਗਿਆ, ਬਹੁਤ ਮੱਚ ਗਈ ਹਾਹਾਕਾਰ, ਭੁੱਲ ਗਿਆ ਨੱਚਣ ਵਾਲਿਆਂ ਨੂੰ ਨਾਚ। ਤੇ ਜਿਹੜੇ ਸਿਪਾਹੀ ਸੀ ਕੋਈ ਕਿੱਧਰ ਲੁਕ ਗਿਆ। ਫਿਰ ਆਪਸ ਵਿੱਚ ਗੱਲਾਂ ਕਰਦੇ ਆ ਕਈ, ਕਹਿੰਦੇ ਵੀ ਇੰਨਾ ਤਕੜਾ ਪਹਿਰਾ, ਸਿਪਾਹੀ ਹੋਰ, ਫੌਜ ਬੜੀ, ਇਹ ਹੋ ਕੀ ਗਿਆ। ਫਿਰ ਸਾਰੇ ਸ਼ਹਿਰ 'ਚ ਖੁਸ਼ੀ ਦੀ ਲਹਿਰ ਦੌੜੀ ਸੀ। ਕਹਿੰਦੇ ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। ਦੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ। 11 ਅਗਸਤ 1740 ਦਾ ਇਹ ਵਾਕਿਆ ਹੈ। ਲੈ ਗਏ ਸਿਰ ਵੱਢ ਕੇ ਬੁੱਢਾ ਜੋਹੜ ਜਥੇਦਾਰ ਬਾਬਾ ਬੁੱਧ ਸਿੰਘ ਜੀ ਕੋਲ। ਲਾਏ ਸਿੰਘਾਂ ਨੇ ਜਕਾਰੇ। ਇਸ ਤਰ੍ਹਾਂ ਪਿਆਰਿਓ ਗੁਰੂ ਧਾਮਾਂ ਦੀ ਹੋ ਰਹੀ ਬੇਅਦਬੀ ਨੂੰ ਰੋਕਿਆ। ਤੇ ਸੁੱਖਾ ਸਿੰਘ ਜਿਹੜਾ ਸੀ ਨਾ, ਇਹ ਬਾਬਾ ਵਿਸ਼ਵਕਰਮਾ ਜੀ ਦੀ ਫੁਲਵਾੜੀ ਮਿਸਤਰੀ ਸਿੰਘਾਂ ਚੋਂ ਹੀ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਜਾਦ ਜੀ ਦੀ ਮਰਜ਼ੀ ਬਣਾਓ, ਸਭ ਸਤਿਕਾਰਯੋਗ ਹੈ। ਅਸੀਂ ਨਹੀਂ ਕਹਿੰਦੇ ਨਾ ਮਨਾਓ, ਮਨਾਓ ਵੱਧ ਚੜ ਕੇ, ਪਰ ਇਦਾਂ ਦਾ ਵੀ ਕੋਈ ਸੂਰਮਾ ਨਿਤਰਨਾ ਗੁਰੂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੇਖੋ, ਜਿਹੜਾ ਨਾਨਕਸਰ ਸੰਪਰਦਾ ਨੇ ਕੀਤਾ, ਇਦਾਂ ਹੋਰ ਨਹੀਂ ਹੋਇਆ ਕਿਤੇ। ਪ੍ਰਗਟ ਕਰਕੇ ਗੁਰੂ ਨਾਨਕ ਨੂੰ ਭੋਜਨ ਛਕਾਉਣਾ, ਤੇ ਆਹੀ ਘਰ ਬਣਾਉਂਦੇ ਬਣਾਉਂਦੇ ਇੱਥੋਂ ਤੱਕ ਪਹੁੰਚ ਗਏ ਸੀ ਗੁਰੂ। ਇਹ ਸਤਿਕਾਰ ਹੈ। ਸੋ ਭਾਈ ਠੀਕ ਹੈ, ਦਸਾਂ ਨੌਵਾਂ ਦੀ ਕਿਰਤ ਕਰੋ, ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਪੜ੍ਹਾਓ ਲਿਖਾਓ, ਪਰ ਜਿਨ੍ਹਾਂ ਕੰਮਾਂ ਕਰਕੇ ਸਾਡੇ ਪਰਿਵਾਰਾਂ ਦੀ ਇੱਜ਼ਤ ਰੁਲੇ, ਗੁਰਧਾਮਾਂ ਦੀ ਬੇਅਦਬੀ ਹੋਵੇ, ਧਰਮ ਨੂੰ ਦਾਗ ਲੱਗੇ, ਉਹ ਮਾੜੇ ਕਰਮ ਕਰਨ ਵਾਲਿਆਂ ਨੂੰ ਵੀ ਰੋਕਣ ਵਿੱਚ ਅੱਗੇ ਆਓ ਭਾਈ। ਹੋਰ ਨਹੀਂ ਕਿਸੇ ਨੇ ਸਾਨੂੰ ਬਚਾਉਣਾ। ਆਪਦੇ ਪਿੰਡਾਂ ਦਾ ਆਪ ਖਿਆਲ ਕਰੋ, ਆਪਣੇ ਪਰਿਵਾਰਾਂ ਨੂੰ ਸੰਭੋ। ਜਿਹੜੇ ਬੱਚੇ ਪੜ੍ਹੇ ਲਿਖੇ ਆ, ਉਹ ਆਪ ਤੋਂ ਘੱਟ ਪੜ੍ਹਿਆਂ ਨੂੰ ਪੜ੍ਹਾਉਣ, ਟਾਈਮ ਕੱਢਿਆ ਕਰੋ। ਇਹ ਵੀ ਪਰਉਪਕਾਰ ਹੈ। ਤੇ ਅੱਜ ਦਾ ਜਿਹੜਾ ਜ਼ਮਾਨਾ ਹੈ, ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਬਿਨਾ ਮਨੁੱਖ ਅਧੂਰਾ ਹੈ ਹੁਣ ਦੇ ਸਮੇਂ। ਪੜ੍ਹੋ ਜ਼ਰੂਰ, ਪਰ ਇਹ ਨਾ ਹੋਵੇ ਵੀ ਪੜ੍ਹ ਲਿਖ ਕੇ ਜਿਵੇਂ ਜਗਾਈ ਦਾ ਤਾਂ ਦੀਵਾ, ਜੇ ਦੀਵੇ ਨਾਲ ਕੋਈ ਆਪਦੇ ਘਰ ਨੂੰ ਹੀ ਅੱਗ ਲਾ ਲੇ, ਫਿਰ ਉਹ ਵੀ ਠੀਕ ਨਹੀਂ ਹੁੰਦਾ ਗੁਰੂ। ਤੇ ਹੁਣ
ਸਕੂਲ ਕਾਲਜ ਬਹੁਤ, ਵਿਦਿਆ ਬਥੇਰੀ ਹੈ, ਪਰ ਜ਼ਿਆਦਾਤਰ ਅੱਗਾ ਲਾਉਣ ਵਾਲੇ ਆ, ਬੁਝਾਉਣ ਵਾਲਾ ਕੋਈ ਕੋਈ ਰਹਿ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਲਓ ਆਪ ਜੀ ਨੂੰ ਜਿਹੜੀਆਂ ਬੇਨਤੀਆਂ, ਕੁਛ ਜਾਗੋ, ਆਪੋ ਆਪਣੇ ਪਿੰਡਾਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਇਲਾਕੇ ਨੂੰ ਆਪ ਸੰਭਾਲੋ। ਵੱਧ ਤੋਂ ਵੱਧ ਗੁਰਮਤਿ ਗੁਰਬਾਣੀ ਦਾ ਪ੍ਰਚਾਰ ਹੋਵੇ, ਗੁਰੂ ਘਰ ਨਾਲ ਜੁੜੋ। ਆ ਸੁੱਖਾ ਸਿੰਘ ਜਿਹਦੇ ਪਰਿਵਾਰ ਨੇ ਕੇਸ ਕੱਟਤੇ ਸੀ, ਮਰਨ ਨੂੰ ਤਿਆਰ ਸੀ, ਪਰ ਉਹ ਅੰਮ੍ਰਿਤ ਦੀ ਤਾਕਤ ਸੀ। ਦੇਖੋ ਮੱਸੇ ਰੰਗੜ ਨੂੰ ਹੀ ਸੋਧਾ ਲਾਤਾ ਗੁਰੂ। ਤੇ ਅੱਜ ਦੁੱਖ ਇਸ ਗੱਲ ਦਾ ਵੱਡਾ, ਵਿਆਹ ਸ਼ਾਦੀ ਵੇਲੇ ਸਾਨੂੰ ਗੁਰੂ ਗ੍ਰੰਥ ਸਾਹਿਬ ਚਾਹੀਦੇ ਹੈ, ਮੁੰਡੇ ਦੀ ਛਟੀ ਕਰਨੀ ਹੈ ਤਾਂ ਚਾਹੀਦੇ ਹੈ, ਕੁੜੀ ਦੇ ਆਨੰਦ ਕਾਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ ਸਾਨੂੰ। ਕੋਈ ਬੇਬੇ ਬਾਪੂ ਚਲਿਆ ਗਿਆ ਫਿਰ ਵੀ ਕਹਿੰਦੇ ਆ ਵੀ ਲਿਆਓ ਪਾਠ ਕਰਾਈਏ, ਮੁੰਡੇ ਦਾ ਵੀਜ਼ਾ ਲੱਗ ਜੇ, ਸਾਡੇ ਪਰਿਵਾਰ 'ਚ ਸੁੱਖ ਸ਼ਾਂਤੀ ਰਵੇ, ਖੇਤੀਬਾੜੀ ਵਧੀਆ ਹੋ ਜੇ, ਪਸ਼ੂ ਡੰਗਰ ਠੀਕ ਰਹੇ। ਇਹਨਾਂ ਕੰਮਾਂ ਲਈ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਰਤਦੇ ਹਾਂ, ਆਪ ਅਸੀਂ ਗੁਰੂ ਕੇ ਸਿੱਖ ਬਣਨ ਨੂੰ ਤਿਆਰ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਪੁੱਛੋ ਤੇ ਆ ਸਾਡੀ ਦੁਰਦਸ਼ਾ ਹੋਈ ਹੋਈ ਤਾਂ ਹੈ ਗੁਰੂ। ਇਹ ਕੌਣ ਸੀ ਇੱਧਰ ਝੱਕਣ ਵਾਲਾ? ਉਹ ਹਾਲ ਹੋਇਆ ਜਿਵੇਂ ਕਿਸੇ ਜ਼ਿਮੀਂਦਾਰ ਨੇ ਮੱਕੀ ਬੀਜੀ, ਛੱਲੀਆਂ ਬਹੁਤ ਚੰਗੀਆਂ ਹਾਈਬ੍ਰਿਡ ਵੀ, ਤੇ ਪਿੰਡਾਂ ਸ਼ਹਿਰਾਂ ਦੇ ਬੁਲਾ ਬੁਲਾ ਕੇ ਉਹਨੂੰ ਇਨਾਮ ਦਿਆ ਕਰਨ ਵੀ ਫਲਾਣੇ ਦੀ ਮੱਕੀ ਬੜੀ ਚੰਗੀ ਬਈ। ਇਨਾਮ ਤਾਂ ਲੈਂਦਾ ਰਹਿ ਗਿਆ, ਖੇਤ ਦਾ ਧਿਆਨ ਨਹੀਂ ਕੀਤਾ। ਇੱਕ ਦਿਨ ਅਵਾਰਾ ਪਸ਼ੂ ਆਏ, ਸਾਰੀ ਫਸਲ ਉਜਾੜ ਗਈ। ਉਹ ਹਾਲ ਆਪਣੇ ਨਾਲ ਹੋਇਆ। ਕੁਰਬਾਨੀਆਂ ਬਹੁਤ, ਇਤਿਹਾਸ ਬਹੁਤ ਵੱਡਾ ਹੈ, ਪਰ ਅਸੀਂ ਆਪਣੀ ਸਿੱਖੀ ਦੀ ਫੁਲਵਾੜੀ ਨੂੰ ਸੰਭਾਲਿਆ ਨਹੀਂ। ਗੁਰਮੁਖ ਜਾਗੋ ਭਾਈ, ਸਭ ਸਿਆਣਿਓ, ਮੇਰੇ ਕਹਿਣ ਦੀ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਰਹਿਮਤ ਕਰਨ, ਆਪਣੇ ਬੱਚਿਆਂ ਨੂੰ ਸਿੱਖ ਬਣਾਓ। ਜਿਹੜੇ ਹਿੰਦੂ ਹੈ ਉਹ ਵੱਖਰੀ ਗੱਲ ਹੈ, ਆਪਣੇ ਧਰਮ 'ਚ ਪੱਕੇ ਹੈ, ਮੁਸਲਮਾਨ ਆਪਣੇ ਧਰਮ 'ਚ ਪੱਕੇ ਹੈ, ਚੰਗੀ ਗੱਲ ਹੈ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਸਾਡੇ ਬੱਚਿਆਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ, ਆਨੇ ਬਹਾਨੇ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ। ਮਰਜ਼ੀ ਤੁਹਾਡੀ ਹੈ, ਤੁਸੀਂ ਕਿੱਧਰ ਜਾਣਾ, ਕਿਉਂਕਿ ਧਰਮ ਤਾਂ ਪ੍ਰੇਮ ਦਾ ਵਿਸ਼ਾ ਹੁੰਦਾ ਹੈ। ਧੱਕੇ ਨਾਲ ਵੀ ਕਿਸੇ ਨੂੰ ਆਪਾਂ ਨਹੀਂ ਧਰਮੀ ਬਣਾ ਸਕਦੇ। ਜੇ ਬਣਦੇ ਹੁੰਦੇ ਫਿਰ ਔਰੰਗਜ਼ੇਬ ਬਣਾ ਲੈਂਦਾ। ਔਰੰਗਜ਼ੇਬ ਉਹਨੇ ਮੁਸਲਮਾਨ ਨਹੀਂ ਬਣਾ ਸਕਿਆ ਜਿੰਨੇ ਬਾਬਾ ਫਰੀਦ ਜੀ ਨੇ ਮਾਲਾ ਫੇਰ ਕੇ ਬਣਾਤੇ ਗੁਰੂ। ਇਹ ਪ੍ਰੇਮ ਦਾ ਵਿਸ਼ਾ ਹੈ। ਪਰ ਜਿਹੜੀਆਂ ਬੇਨਤੀਆਂ ਆਪ ਜੀ ਨੂੰ ਕੀਤੀਆਂ, ਗੁਰੂ ਨਾਨਕ ਦਾ ਘਰ ਇਹੋ ਜਿਹਾ ਹੈ, ਇੱਥੇ ਜੋ ਤੁਹਾਡੇ ਭਾਗਾਂ 'ਚ ਨਹੀਂ ਵੀ ਲਿਖਿਆ ਉਹ ਵੀ ਮਿਲ ਜਾਂਦਾ ਹੈ। ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ। ਤੇ ਆਪ ਵੀ ਭਾਈ ਗੁਰੂ ਦੇ ਬਣੋ। ਬਾਬਾ ਫਰੀਦ ਜੀ ਕਹਿ ਗਏ, ਕਹਿੰਦੇ ਫਰੀਦਾ ਆਪ ਸਵਾਰ ਹੈ ਮੈਂ ਮਿਲਿਆ, ਆਪ ਸਵਾਰ ਹੈ ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਹੈ, ਸਭ ਜੱਗ ਤੇਰਾ ਹੋਏ। ਆ ਹੁਣ ਸੁਣੀ ਹੈ ਨਾ ਕਥਾ ਤੁਸੀਂ ਭਾਈ ਸੁੱਖਾ ਸਿੰਘ ਦੀ, ਉਹ ਗੁਰੂ ਦਾ ਬਣਿਆ। ਤੇ ਅੱਜ ਸੁੱਖਾ ਸਿੰਘ ਦੀ ਪੂਜਾ ਹੁੰਦੀ ਹੈ। ਅੱਜ ਜਦੋਂ ਅੰਮ੍ਰਿਤਸਰ ਜਾਂਦੇ ਹੋ ਮੱਥਾ ਟੇਕਣ, ਐਨ ਦਰਸ਼ਨੀ ਡਿਓੜੀ ਕੋਲ ਜਿੱਥੇ ਦੇਗ ਮਿਲਦੀ ਹੈ ਨਾ ਕੜਾਹ ਪ੍ਰਸ਼ਾਦ ਦੀ, ਉਹ ਬੇਰੀ, ਉੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪਰਿਵਾਰ ਤਾਂ ਹੋਰ ਵੀ ਹੋਊਗਾ ਪਿੰਡ 'ਚ, ਕਿੰਨਿਆਂ ਕੁ ਨੂੰ ਜਾਣਦੇ ਆਪਾਂ। ਇਸ ਕਰਕੇ ਭਾਈ ਆਪਣੇ ਧਰਮ ਦੇ ਵਾਧੇ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਓ। ਵੈਸੇ ਤੁਸੀਂ ਭਾਗਾਂ ਵਾਲੇ ਹੋ, ਕਿਉਂਕਿ ਕਈ ਸਾਲਾਂ ਤੋਂ ਨਗਰ ਵਿੱਚ ਆਈਦਾ, ਦੀਵਾਨ ਸਜਦੇ ਰਹਿੰਦੇ ਆ, ਤੁਸੀਂ ਪਿਆਰ ਕਰਦੇ ਹੋ, ਬੁਲਾ ਕੇ ਸੇਵਾ ਦਾ ਮੌਕਾ ਦਿੰਦੇ ਹੋ। ਉਦੋਂ ਤੋਂ ਲਾ ਕੇ ਹੁਣ ਤੱਕ ਦੇਖੋ ਕਿੰਨੇ ਕੇਸਾ ਧਾਰੀ ਹੋ ਗਏ। ਸਤਿਕਾਰ ਕਮੇਟੀ ਬਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤੇ ਕਿੱਡਾ ਸੋਹਣਾ ਦਰਬਾਰ ਸਾਹਿਬ ਬਣ ਗਿਆ ਗੁਰਮੁਖੋ। ਸੰਗਤ ਵੀ ਆਉਂਦੀ ਹੈ, ਸਵੇਰੇ ਸ਼ਾਮ ਆਇਆ ਕਰੋ, ਗੁਰੂ ਮਹਾਰਾਜ ਦਾ ਦਰਸ਼ਨ ਕਰਿਆ ਕਰੋ, ਬਾਣੀ ਸੁਣੋ, ਪੜੋ। ਜੇ ਨਹੀਂ ਵੀ ਨਾ ਸਮਝ ਆਉਂਦੀ ਤਾਂ ਵੀ ਪੜਿਆ ਕਰੋ। ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੇਲੇ ਮਹਾਰਾਜ ਤੁਰੇ ਜਾਣ ਨਾਲ 5-7 ਸਿੱਖ, ਤੇ ਜਦੋਂ ਥੋੜੀ ਜੀ ਦੂਰ ਗਏ ਗਰਮੀ ਦੇ ਦਿਨ, ਤੇ ਕੋਈ ਘੜਾ ਫੁੱਟਿਆ ਪਿਆ ਗੁਰਮੁਖ, ਠੀਕਰੀਆਂ ਪਈਆਂ ਬਹੁਤ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਚੱਕੋ ਭਾਈ। ਜਦੋਂ ਠੀਕਰੀਆਂ ਚੱਕੀਆਂ ਤੇ ਦੇਖਿਆ ਤੇ ਉਹਨਾਂ ਵਿੱਚੋਂ ਨਾ ਥੰਧਿਆਈ ਸਿੰਮੀ ਜਾਵੇ। ਸਿੱਖ ਕਹਿੰਦੇ ਮਹਾਰਾਜ ਇਹਦਾ ਕੀ ਮਤਲਬ? ਪਾਤਸ਼ਾਹ ਕਹਿੰਦੇ ਤੁਹਾਨੂੰ ਇਹ ਗੱਲ ਸਮਝਾਉਣੀ ਹੈ ਵੀ ਜਿਵੇਂ ਇਹ ਘੜਾ ਹੈ, ਕਿਸੇ ਸਮੇਂ ਦੇ ਚ ਦੁੱਧ ਦਹੀਂ ਜਾਂ ਮੱਖਣੀ ਹੋਣੀ ਹੈ, ਭਾਵੇਂ ਇਹ ਫੁੱਟ ਵੀ ਗਿਆ
ਪਰ ਜਦੋਂ ਹੀ ਸੇਕ ਲੱਗਦਾ ਹੈ ਉਹ ਥੰਧਿਆਈ ਸਿਮਦੀ ਹੈ, ਇਹਦੇ ਵਿੱਚੋਂ ਬਾਹਰ ਘਿਓ ਆਉਂਦਾ ਹੈ। ਇਸੇ ਤਰ੍ਹਾਂ ਭਾਈ ਗੁਰੂ ਕੀ ਬਾਣੀ ਹੈ, ਤੁਹਾਨੂੰ ਸਮਝ ਆਵੇ ਚਾਹੇ ਨਾ ਆਵੇ, ਸੁਣਨੀ ਹੈ। ਕੋਸ਼ਿਸ਼ ਕਰੋ, ਪੜੋ, ਸਮਝਣ ਦੀ ਵੀ ਕੋਸ਼ਿਸ਼ ਕਰੋ। ਜੇ ਨਹੀਂ ਵੀ ਆਉਂਦੀ ਤਾਂ ਬਾਣੀ ਫੇਰ ਵੀ ਪੜ੍ਹੀ ਸੁਣੀ ਜਾਓ। ਜਦੋਂ ਦੁੱਖ ਦਾ ਸਮਾਂ ਆਊ, ਥੋੜਾ ਜਿਹਾ ਲੱਗੂ ਸੇਕ, ਉਦੋਂ ਬਾਣੀ ਦਾ ਅਸਰ ਸਾਡੇ 'ਚ ਜ਼ਰੂਰ ਹੋਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਪੜ੍ਹਨ ਵਾਲੀ ਸੀ, ਤੱਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਕੋਈ ਨਹੀਂ, ਜੋ ਹੋ ਰਿਹਾ ਬਸ ਠੀਕ ਹੈ। ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਕੋਈ ਦੇਗ ਚੋਂ ਵਾਲਿਆ, ਕੋਈ ਜਿਉਂਦਾ ਹੀ ਰੂੰ 'ਚ ਲਪੇਟ ਕੇ ਸਾੜ ਦਿੱਤਾ, ਕਿਸੇ ਨੂੰ ਆਰੇ ਨਾਲ ਚੀਰ ਦਿੱਤਾ, ਪਰਵਾਹ ਹੀ ਨਹੀਂ ਕੀਤੀ ਗੁਰਮੁਖੋ। ਉਹ ਗੁਰਬਾਣੀ ਦਾ ਹੀ ਅਸਰ ਸੀ। ਆਪਾਂ ਸਿਰਫ ਆਪਣੇ ਸਰੀਰਕ ਸੁੱਖਾਂ ਦੀ ਖਾਤਰ ਜਿਉਂਦੇ ਆ, ਉਹ ਧਰਮ ਦੀ ਖਾਤਰ ਜਿਉਏ, ਸੰਸਾਰ ਦੀ ਖਾਤਰ ਜਿਉਏ। ਤਾਂ ਹੀ ਅੱਜ ਜਿੱਥੇ ਜਿੱਥੇ ਉਹ ਚਰਨ ਪਾ ਗਏ, ਉਹਨਾਂ ਦੇ ਚਰਨਾਂ ਤੇ ਸਿੱਖ ਨਮਸਕਾਰਾਂ ਕਰ ਰਹੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਸੱਚੇ ਪਾਤਸ਼ਾਹ ਦੇ ਲੜ ਆਪਾਂ ਲੱਗਣਾ। ਲਓ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ। ਅੱਜ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿੱਚ ਆਪਾਂ ਜੁੜੇ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਮਹਾਰਾਜ ਮਿਹਰ ਕਰਨ, ਇਸੇ ਤਰ੍ਹਾਂ ਦਿਨ ਦਿਹਾੜੇ ਰਲ ਮਿਲ ਕਰਕੇ ਆਪਾਂ ਮਨਾਉਂਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ। ਬਾਬਾ ਵਿਸ਼ਵਕਰਮਾ ਜੀ ਦੀ ਜਿੰਨੀ ਵੀ ਫੁਲਵਾੜੀ ਹੈ, ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ। ਪ੍ਰਮਾਤਮਾ ਮਿਹਰ ਕਰੇ, ਕਾਰੋਬਾਰ ਤਰੱਕੀਆਂ ਕਰਨ, ਸਾਰਾ ਸੰਸਾਰ ਸੁਖੀ ਵਸੇ, ਚੜ੍ਹਦੀ ਕਲਾ, ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਮਹਾਰਾਜ ਬਖਸ਼ਿਸ਼ ਕਰਨ। ਸੋ ਆਓ ਹੁਣ ਸਾਰੀ ਸੰਗਤ ਆਪਾਂ ਸਰਬੱਤ ਦੇ ਭਲੇ ਵਾਸਤੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਾਂਗੇ। ਪਹਿਲਾਂ ਆਨੰਦ ਸਾਹਿਬ ਦਾ ਪਾਠ ਕਰਨਾ ਹੈ, ਫਿਰ ਅਰਦਾਸ ਬੇਨਤੀ ਹੋਏਗੀ। ਜਿੰਨੀ ਵੀ ਸੰਗਤ ਆਈ ਹੈ ਸਭ ਨੂੰ ਜੀ ਆਇਆਂ ਨੂੰ। ਆਓ ਸਾਰੇ ਰਲ ਮਿਲ ਕਰਕੇ ਆਨੰਦ ਸਾਹਿਬ ਦੇ ਪਾਠ ਵਿੱਚ ਬੋਲੋ ਜੀ।